ਰਹੱਸ ਪੁਸਤਕ ਦਾ ਅਗਲਾ ਲੇਖ ਹੈ ਤੁਹਾਡੇ ਲਈ ਰਹੱਸ। ਡਾਕਟਰ ਜੌਨ ਹੇਜਲਿਨ ਅਨੁਸਾਰ ਚਾਰੇ ਪਾਸੇ ਇੱਥੋਂ ਤੱਕ ਕਿ ਸਾਡੇ ਸਰੀਰ ਨੂੰ ਦੇਖਣ 'ਤੇ ਵੀ ਸਾਨੂੰ ਜਿਹੜਾ ਕੁਝ ਨਜ਼ਰ ਆਉਂਦਾ ਹੈ ਉਹ ਆਈਸਬਰਗ ਦਾ ਸਿਰਫ ਉੱਪਰਲਾ ਹਿੱਸਾ ਹੈ। ਬੌਬ ਪ੍ਰਾਕਟਰ ਅਨੁਸਾਰ ਇਸ ਬਾਰੇ ਇੱਕ ਪਲ ਸੋਚੋ, ਆਪਣੇ ਹੱਥਾਂ ਵੱਲ ਦੇਖੋ, ਇਹ ਠੋਸ ਦਿਖਦੇ ਹਨ ਲੇਕਿਨ ਦਰਅਸਲ ਇਹ ਠੋਸ ਨਹੀਂ ਹਨ। ਜੇ ਤੁਸੀਂ ਇਹਨੂੰ ਕਿਸੇ ਚੰਗੇ ਮਾਈਕਰੋਸਕੋਪ ਦੇ ਹੇਠਾਂ ਰੱਖੋਗੇ ਤਾਂ ਤੁਹਾਨੂੰ ਊਰਜਾ ਦੀ ਬਹੁਤ ਸਾਰੀਆਂ ਤਰੰਗਾਂ ਦਿਸਣਗੀਆਂ। ਜੌਨ ਅਸਾਰਫ ਅਨੁਸਾਰ ਹਰ ਚੀਜ਼ ਇੱਕੋ ਹੀ ਪਦਾਰਥ ਤੋਂ ਬਣੀ ਹੈ, ਭਾਵੇਂ ਤੁਹਾਡਾ ਹੱਥ ਹੋਵੇ, ਸਮੁੰਦਰ ਹੋਵੇ ਜਾਂ ਸਿਤਾਰਾ। ਡਾਕਟਰ ਬੇਨ ਜੌਨਸਨ ਅਨੁਸਾਰ ਹਰ ਚੀਜ਼ ਊਰਜਾ ਨਾਲ ਬਣੀ ਹੈ। ਆਓ ਮੈਂ ਇਸ ਗੱਲ ਨੂੰ ਸਮਝਣ 'ਚ ਤੁਹਾਡੀ ਥੋੜ੍ਹੀ ਜਿਹੀ ਮਦਦ ਕਰ ਦਿਆਂ। ਪਹਿਲਾਂ ਤਾਂ ਬ੍ਰਹਿਮੰਡ ਹੈ, ਫਿਰ ਸਾਡੀ ਆਕਾਸ਼ ਗੰਗਾ, ਫਿਰ ਸਾਡਾ ਗ੍ਰਹਿ, ਫਿਰ ਇਨਸਾਨ। ਲੋਕਾਂ ਦੇ ਸਰੀਰ 'ਚ ਅੰਗਾਂ ਦਾ ਤੰਤਰ ਹੈ, ਫਿਰ ਕੋਸ਼ਿਕਾਵਾਂ ਹਨ, ਫਿਰ ਅਣੂ ਹੈ, ਫਿਰ ਪਰਮਾਣੂ ਹੈ, ਫਿਰ ਊਰਜਾ ਹੈ। ਹਾਲਾਂਕਿ ਸਾਨੂੰ ਬਹੁਤੇ ਸਤਰਾਂ ਬਾਰੇ ਸੋਚਣਾ, ਲੇਕਿਨ ਅਸੂਲਨ ਬ੍ਰਹਿਮੰਡ 'ਚ ਹਰ ਚੀਜ਼ ਊਰਜਾ ਹੈ। ਰਹੱਸ ਖੋਜਣ ਤੋਂ ਬਾਅਦ ਮੈਂ ਇਹ ਜਾਣਨਾ ਚਾਹੁੰਦੀ ਸੀ ਕਿ ਇਸ ਗਿਆਨ ਨੂੰ ਵਿਗਿਆਨ ਤੇ ਭੌਤਿਕੀ ਦੁਆਰਾ ਪ੍ਰਮਾਣਿਤ ਕੀਤਾ ਜਾ ਸਕਦਾ ਹੈ। ਮੈਂ ਜੋ ਪਾਇਆ ਉਹ ਬੇਹੱਦ ਚਮਤਕਾਰੀ ਸੀ। ਕੁਆਂਟਮ ਫਿਜ਼ਿਕਸ ਤੇ ਨਵੇਂ ਵਿਗਿਆਨ ਦੀਆਂ ਖੋਜਾਂ ਰਹੱਸ ਦੇ ਪੂਰਨ ਇਕਸਾਰਤਾ 'ਚ ਹਨ। ਇਹ ਖੋਜਾਂ ਇਤਿਹਾਸ ਦੇ ਸਾਰੇ ਮਹਾਨ ਦਾਰਸ਼ਨਿਕਾਂ ਤੇ ਉਪਦੇਸ਼ਕਾਂ ਦੇ ਸੁਨੇਹੇ ਨਾਲ ਤਾਲਮੇਲ 'ਚ ਵੀ ਹਨ। ਇਸ ਦੁਨੀਆ 'ਚ ਇਸ ਵੇਲੇ ਜ਼ਿੰਦਗੀ ਬਤੀਤ ਕਰਨ ਦਾ ਬੜਾ ਦਿਲਚਸਪ ਅਨੁਭਵ ਹੈ। ਮੈਂ ਸਕੂਲ 'ਚ ਕਦੇ ਵਿਗਿਆਨ ਜਾਂ ਭੌਤਿਕੀ ਨਹੀਂ ਪੜ੍ਹੀ, ਲੇਕਿਨ ਜਦੋਂ ਮੈਂ ਕੁਆਂਟਮ ਫਿਜ਼ਿਕਸ ਦੀ ਗੁੰਝਲਦਾਰ ਪੁਸਤਕਾਂ ਪੜ੍ਹੀਆਂ ਤਾਂ ਮੈਂ ਉਹਨਾਂ ਨੂੰ ਪੂਰੀ ਤਰ੍ਹਾਂ ਸਮਝ ਗਈ, ਕਿਉਂਕਿ ਮੈਂ ਉਹਨਾਂ ਨੂੰ ਸਮਝਣਾ ਚਾਹੁੰਦੀ ਸੀ। ਕੁਆਂਟਮ ਫਿਜ਼ਿਕਸ ਦੇ ਅਧਿਐਨ ਨੇ ਡੂੰਘੇਰੇ 'ਚ ਜਾ ਕੇ ਊਰਜਾ ਦੇ ਸਤਰ ਤੇ ਰਹੱਸ ਨੂੰ ਸਮਝਣ 'ਚ ਮੇਰੀ ਮਦਦ ਕੀਤੀ। ਜਦੋਂ ਲੋਕ ਰਹੱਸ ਦੇ ਗਿਆਨ ਤੇ ਆਧੁਨਿਕ ਵਿਗਿਆਨ ਦੇ ਸਿਧਾਂਤਾਂ 'ਚ ਪੂਰਨ ਸਮਾਨਤਾ ਦੇਖਦੇ ਹੈ, ਇਸ ਨਾਲ ਕਈ ਲੋਕਾਂ ਦਾ ਵਿਸ਼ਵਾਸ ਦ੍ਰਿੜ ਹੋ ਜਾਂਦਾ ਹੈ। ਆਓ ਮੈਂ ਦੱਸਦੀ ਹਾਂ ਤੁਸੀਂ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਟਰਾਂਸਮਿਸ਼ਨ ਟਾਵਰ ਕਿਵੇਂ ਹੋ। ਸੌਖੀ ਭਾਸ਼ਾ 'ਚ ਕਿਹਾ ਜਾਏ ਤਾਂ ਸਾਰੀ ਊਰਜਾ ਕਿਸੇ ਨਾ ਕਿਸੇ ਫ੍ਰੀਕੁਐਂਸੀ ਤੇ ਕੰਬਣੀ ਕਰਦੀ ਹੈ। ਊਰਜਾ ਹੋਣ ਦੇ ਕਾਰਨ ਤੁਸੀਂ ਵੀ ਇੱਕ ਫ੍ਰੀਕੁਐਂਸੀ ਤੇ ਕੰਬਣੀ ਵਾਈਬ੍ਰੇਸ਼ਨ ਕਰਦੇ ਹੋ ਤੇ ਤੁਹਾਡੀ ਫ੍ਰੀਕੁਐਂਸੀ ਤੈਅ ਕਰਨ ਵਾਲੀ ਚੀਜ਼ ਇਹ ਹੁੰਦੀ ਹੈ ਕਿ ਤੁਸੀਂ ਉਸ ਸਮੇਂ ਕੀ ਸੋਚ ਰਹੇ ਹੋ ਤੇ ਮਹਿਸੂਸ ਕਰ ਰਹੇ ਹੋ। ਤੁਸੀਂ ਜਿਹੜੀ ਚੀਜ਼ ਚਾਹੁੰਦੇ ਹੋ ਉਹ ਵੀ ਊਰਜਾ ਤੋਂ ਬਣੀ ਹੈ। ਥਿੜਕਣ ਕਰ ਰਹੀਆਂ ਹਨ। ਬ੍ਰਹਿਮੰਡ ਦੀ ਹਰ ਚੀਜ਼ ਊਰਜਾ ਹੈ। ਇੱਥੇ ਉਹ ਵਾਹ ਤੱਤ ਪ੍ਰਗਟ ਹੁੰਦਾ ਹੈ ਜਦੋਂ ਤੁਸੀਂ ਆਪਣੀ ਮਨ ਚਾਹੀ ਚੀਜ਼ ਬਾਰੇ ਸੋਚਦੇ ਹੋ, ਉਸ ਫ੍ਰੀਕੁਐਂਸੀ ਨੂੰ ਭੇਜਦੇ ਹੋ ਤਾਂ ਕੁਝ ਹੁੰਦਾ ਹੈ। ਤੁਸੀਂ ਉਸ ਚੀਜ਼ ਦੀ ਊਰਜਾ ਨੂੰ ਉਸ ਫ੍ਰੀਕੁਐਂਸੀ ਤੇ ਕੰਬਣੀ ਕਰਨ ਦਾ ਕਾਰਨ ਦਿੰਦੇ ਹੋ। ਇਸ ਤਰ੍ਹਾਂ ਤੁਸੀਂ ਉਹਨੂੰ ਆਪਣੇ ਆਪ ਤੱਕ ਲੈ ਆਉਂਦੇ ਹੋ। ਜਦੋਂ ਤੁਸੀਂ ਆਪਣੀ ਮਨ ਚਾਹੀ ਚੀਜ਼ ਤੇ ਧਿਆਨ ਕੇਂਦਰਿਤ ਕਰਦੇ ਹੋ ਤਾਂ ਤੁਸੀਂ ਉਸ ਚੀਜ਼ ਦੇ ਪਰਮਾਣੂਆਂ ਦੀ ਕੰਬਣੀ ਨੂੰ ਬਦਲ ਰਹੇ ਹੋ ਤੇ ਉਹਨੂੰ ਆਪਣੇ ਵੱਲ ਬੁਲਾ ਰਹੇ ਹੋ। ਤੁਸੀਂ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਟਰਾਂਸਮਿਸ਼ਨ ਟਾਵਰ ਇਸ ਲਈ ਹੋ ਕਿਉਂਕਿ ਤੁਹਾਨੂੰ ਆਪਣੇ ਵਿਚਾਰਾਂ ਰਾਹੀਂ ਆਪਣੀ ਊਰਜਾ ਤੇ ਧਿਆਨ ਕੇਂਦਰਿਤ ਕਰਨ ਦੀ ਸ਼ਕਤੀ ਮਿਲੀ ਹੋਈ ਹੈ, ਜਿਸ ਕਾਰਨ ਤੁਸੀਂ ਆਪਣੀ ਮਨ ਚਾਹੀ ਚੀਜ਼ ਦੀ ਫ੍ਰੀਕੁਐਂਸੀ ਤੇ ਪੁੱਜ ਕੇ ਉਹਦੀ ਥਿੜਕਣ ਨੂੰ ਬਦਲ ਦਿੰਦੇ ਹੋ, ਜਿਸ ਨਾਲ ਉਹ ਚੁੰਬਕ ਵਾਂਗ ਤੁਹਾਡੇ ਵੱਲ ਖਿੱਚੀ ਚਲੀ ਆਉਂਦੀ ਹੈ। ਜਦੋਂ ਤੁਸੀਂ ਆਪਣੀ ਮਨ ਚਾਹੀ ਫ੍ਰੀਕੁਐਂਸੀ ਚੰਗੀਆਂ ਚੀਜ਼ਾਂ ਬਾਰੇ ਸੋਚਦੇ ਤੇ ਮਹਿਸੂਸ ਕਰਦੇ ਹੋ ਤਾਂ ਤੁਸੀਂ ਇੱਕਦਮ ਉਹਨਾਂ ਦੀ ਫ੍ਰੀਕੁਐਂਸੀ ਤੇ ਪੁੱਜ ਜਾਂਦੇ ਹੋ। ਇਸ ਕਾਰਨ ਉਹਨਾਂ ਚੀਜ਼ਾਂ ਨੂੰ ਊਰਜਾ ਤੁਹਾਡੇ ਵੱਲ ਥਿੜਕਣੀ ਕਰਨ ਲੱਗਦੀ ਹੈ ਤੇ ਉਹ ਚੀਜ਼ਾਂ ਤੁਹਾਡੇ ਜੀਵਨ 'ਚ ਪ੍ਰਗਟ ਹੁੰਦੀਆਂ ਹਨ। ਆਕਰਸ਼ਣ ਦਾ ਨਿਯਮ ਕਹਿੰਦਾ ਹੈ ਕਿ ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ। ਤੁਸੀਂ ਊਰਜਾ ਦੇ ਚੁੰਬਕ ਹੋ, ਇਸ ਲਈ ਤੁਸੀਂ ਆਪਣੀ ਮਨ ਚਾਹੀ ਚੀਜ਼ 'ਚ ਬਿਜਲੀ ਭਰ ਦਿੰਦੇ ਹੋ। ਇਨਸਾਨ ਆਪਣੇ ਆਪ ਦੀ ਚੁੰਬਕੀ ਊਰਜਾ ਦਾ ਪ੍ਰਬੰਧਨ ਕਰਦਾ ਹੈ। ਕੋਈ ਬਾਹਰੀ ਵਿਅਕਤੀ ਉਸ ਲਈ ਸੋਚ ਨਹੀਂ ਸਕਦਾ ਜਾਂ ਮਹਿਸੂਸ ਨਹੀਂ ਕਰ ਸਕਦਾ। ਸਾਡੇ ਵਿਚਾਰ ਤੇ ਭਾਵਨਾਵਾਂ ਵੀ ਸਾਡੀ ਫ੍ਰੀਕੁਐਂਸੀ ਤੈਅ ਕਰਦੀਆਂ। 100 ਸਾਲ ਪਹਿਲਾਂ ਜਦੋਂ ਇੰਨੀ ਸਾਰੀ ਵਿਗਿਆਨਕ ਖੋਜਾਂ ਨਹੀਂ ਹੋਈਆਂ ਸੀ, ਉਦੋਂ ਵੀ ਚਾਰਲਸ ਹਾਨੇਲ ਜਾਣਦੇ ਸੀ ਕਿ ਬ੍ਰਹਿਮੰਡ ਕਿਵੇਂ ਕੰਮ ਕਰਦਾ ਹੈ। ਬ੍ਰਹਿਮੰਡੀ ਮਸਤਕ ਸਿਰਫ ਗਿਆਨ ਨਹੀਂ ਹੈ, ਲੇਕਿਨ ਇਹ ਵਸਤੂ ਸਬਸਟੈਂਸ ਹੈ
ਤੇ ਵਸਤ ਉਹ ਆਕਰਸ਼ਣ ਸ਼ਕਤੀ ਹੈ ਜਿਹੜੀ ਆਕਰਸ਼ਣ ਦੇ ਨਿਯਮ ਰਾਹੀਂ ਇਲੈਕਟ੍ਰੋਨਾਂ ਨੂੰ ਕੋਲ ਲਿਆਉਂਦੀ ਹੈ, ਜਿਸ ਨਾਲ ਉਹ ਪਰਮਾਣੂ ਬਣਾਉਂਦੇ ਹੈ। ਫਿਰ ਇਸੇ ਨਿਯਮ ਰਾਹੀਂ ਪਰਮਾਣੂ ਮਿਲ ਕੇ ਅਣੂ ਬਣਾਉਂਦੇ ਹੈ। ਅਣੂ ਭੌਤਿਕ ਆਕਾਰ ਲੈਂਦੇ ਹੈ ਤੇ ਇਸ ਤਰ੍ਹਾਂ ਅਸੀਂ ਪਾਉਂਦੇ ਹਾਂ ਕਿ ਇਹ ਨਿਯਮ ਹਰ ਪ੍ਰਗਟੀਕਰਨ ਦੇ ਪਿੱਛੇ ਰਚਨਾਤਮਕ ਸ਼ਕਤੀ ਹੈ, ਸਿਰਫ ਪਰਮਾਣੂਆਂ ਦੀ ਨਹੀਂ ਬਲਕਿ ਸੰਸਾਰ ਦੀ, ਬ੍ਰਹਿਮੰਡ ਦੀ, ਹਰ ਚੀਜ਼ ਦੀ ਜਿਸ ਦੀ ਮੂਰਤ ਕਲਪਨਾ ਕੀਤੀ ਜਾ ਸਕਦੀ ਹੈ। ਬੌਬ ਪ੍ਰੋਕਟਰ ਅਨੁਸਾਰ ਤੁਸੀਂ ਭਾਵੇਂ ਜਿਸ ਸ਼ਹਿਰ 'ਚ ਰਹਿੰਦੇ ਹੋ, ਮੈਨੂੰ ਯਕੀਨ ਹੈ ਤੁਹਾਡੇ ਸਰੀਰ 'ਚ ਇੰਨੀ ਸੰਭਾਵਿਤ ਸ਼ਕਤੀ ਹੈ ਕਿ ਤੁਸੀਂ ਲਗਭਗ 1 ਹਫ਼ਤੇ ਤੱਕ ਆਪਣੇ ਪੂਰੇ ਸ਼ਹਿਰ 'ਚ ਰੌਸ਼ਨੀ ਕਰ ਸਕਦੇ ਹੋ। ਇਸ ਸ਼ਕਤੀ ਪ੍ਰਤੀ ਜਾਗਰੂਕ ਬਣਨਾ ਬਿਜਲੀ ਦਾ ਤਾਰ ਬਣਨਾ ਹੈ। ਬ੍ਰਹਿਮੰਡ ਬਿਜਲੀ ਦਾ ਤਾਰ, ਇਲੈਕਟ੍ਰਿਕ ਵਾਇਰ ਹੈ। ਇਸ 'ਚ ਹਰ ਵਿਅਕਤੀ ਦੇ ਜੀਵਨ ਦੀ ਹਰ ਸਥਿਤੀ ਤੋਂ ਨਿਬੜਨ ਲਈ ਕਾਫੀ ਊਰਜਾ ਹੈ। ਜਦੋਂ ਵਿਅਕਤੀ ਦਾ ਮਸਤਕ ਬ੍ਰਹਿਮੰਡੀ ਮਸਤਕ ਨੂੰ ਸਪਰਸ਼ ਕਰਦਾ ਹੈ ਤਾਂ ਇਹਨੂੰ ਉਹਦੀ ਸਾਰੀ ਸ਼ਕਤੀ ਮਿਲ ਜਾਂਦੀ ਹੈ। ਜੇਮਸ ਰੇ ਅਨੁਸਾਰ ਜ਼ਿਆਦਾਤਰ ਲੋਕੀ ਇਸ ਭੌਤਿਕ ਸਰੀਰ ਤੋਂ ਆਪਣੇ ਆਪ ਨੂੰ ਪਰਿਭਾਸ਼ਿਤ ਕਰਦੇ ਹਨ, ਲੇਕਿਨ ਤੁਸੀਂ ਭੌਤਿਕ ਸਰੀਰ ਨਹੀਂ ਹੋ। ਮਾਈਕਰੋਸਕੋਪ ਦੇ ਹੇਠਾਂ ਤੁਸੀਂ ਊਰਜਾ ਖੇਤਰ ਹੋ। ਅਸੀਂ ਊਰਜਾ ਬਾਰੇ ਇਹ ਜਾਣਦੇ ਹਾਂ ਕਿ ਤੁਸੀਂ ਕੁਆਂਟਮ ਫਿਜ਼ਿਸਿਸਟ ਕੋਲ ਜਾ ਕੇ ਪੁੱਛਦੇ ਹੋ ਇਹ ਦੁਨੀਆ ਕਿਸ ਚੀਜ਼ ਨਾਲ ਬਣੀ ਹੈ, ਉਹ ਜਵਾਬ ਦੇਗਾ ਊਰਜਾ ਨਾਲ। ਊਰਜਾ ਦਾ ਵਰਣਨ ਕਰੋ। ਠੀਕ ਹੈ, ਇਹਨੂੰ ਬਣਾਇਆ ਜਾਂ ਨਸ਼ਟ ਨਹੀਂ ਕੀਤਾ ਜਾ ਸਕਦਾ। ਉਹ ਹਮੇਸ਼ਾ ਸੀ, ਹਮੇਸ਼ਾ ਰਹੀ ਹੈ। ਹਰ ਚੀਜ਼ ਜਿਹਦੀ ਹੋਂਦ ਸੀ ਹਮੇਸ਼ਾ ਹੋਂਦ 'ਚ ਰਹਿੰਦੀ ਹੈ। ਇਹ ਆਕਾਰ 'ਚ ਆਕਾਰ ਰਾਹੀਂ ਤੇ ਆਕਾਰ ਦੇ ਬਾਹਰ ਬਦਲਦੀ ਰਹਿੰਦੀ ਹੈ। ਤੁਸੀਂ ਕਿਸੇ ਧਰਮ ਸ਼ਾਸਤਰੀ ਕੋਲ ਜਾ ਕੇ ਸਵਾਲ ਪੁੱਛਦੇ ਹੋ ਬ੍ਰਹਿਮੰਡ ਕਿਹਨੇ ਬਣਾਇਆ, ਉਹ ਜਵਾਬ ਦੇਗਾ ਈਸ਼ਵਰ ਨੇ। ਠੀਕ ਹੈ, ਈਸ਼ਵਰ ਦਾ ਵਰਣਨ ਕਰੋ। ਹਮੇਸ਼ਾ ਸੀ, ਹਮੇਸ਼ਾ ਰਹੇਗਾ, ਕਦੇ ਬਣਾਇਆ ਜਾਂ ਨਸ਼ਟ ਨਹੀਂ ਕੀਤਾ ਜਾ ਸਕਦਾ। ਜਿਹੜਾ ਹਮੇਸ਼ਾ ਸੀ, ਹਮੇਸ਼ਾ ਰਹੇਗਾ, ਆਕਾਰ 'ਚ ਆਕਾਰ ਰਾਹੀਂ ਤੇ ਆਕਾਰ ਤੋਂ ਬਾਹਰ ਬਦਲਦਾ ਰਹੇਗਾ। ਦੇਖਿਆ, ਵਰਣਨ ਉਹੀ ਹੈ, ਬਸ ਸ਼ਬਦਾਵਲੀ ਵੱਖਰੀ ਹੈ। ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਸਿਰਫ ਮਾਸ ਦੇ ਟੁਕੜੇ ਹੋ ਜਿਹੜੇ ਗੋਲ ਗੋਲ ਘੁੰਮ ਰਹੇ ਹਨ, ਤਾਂ ਦੁਬਾਰਾ ਸੋਚ ਲਓ। ਤੁਸੀਂ ਅਧਿਆਤਮਕ ਇਨਸਾਨ ਹੋ। ਤੁਸੀਂ ਇੱਕ ਊਰਜਾ ਖੇਤਰ ਹੋ ਜਿਹੜੀ ਇੱਕ ਵਿਸ਼ਾਲ ਊਰਜਾ ਖੇਤਰ 'ਚ ਸਰਗਰਮ ਹੈ। ਇਹ ਸਾਰੇ ਤੁਹਾਨੂੰ ਰੂਹਾਨੀ ਕਿਵੇਂ ਬਣਾਉਂਦੇ ਹੈ? ਇਸ ਸਵਾਲ ਦੇ ਜਵਾਬ ਨੂੰ ਮੈਂ ਰਹੱਸ ਦੇ ਸਬਕ ਦਾ ਬਹੁਤ ਸ਼ਾਨਦਾਰ ਹਿੱਸਾ ਮੰਨਦੀ ਹਾਂ। ਤੁਸੀਂ ਊਰਜਾ ਹੋ ਤੇ ਊਰਜਾ ਨੂੰ ਬਣਾਇਆ ਜਾਂ ਨਸ਼ਟ ਨਹੀਂ ਕੀਤਾ ਜਾ ਸਕਦਾ। ਊਰਜਾ ਬਸ ਆਕਾਰ ਬਦਲਦੀ ਹੈ ਤੇ ਇਹਦਾ ਮਤਲਬ ਹੈ ਤੁਸੀਂ, ਤੁਹਾਡਾ ਸੱਚਾ ਸਾਰ, ਤੁਹਾਡੀ ਸੱਚੀ ਊਰਜਾ ਹਮੇਸ਼ਾ ਰਹੀ ਹੈ ਤੇ ਹਮੇਸ਼ਾ ਰਹੇਗੀ। ਤੁਸੀਂ ਕਦੇ ਵਜੂਦ ਦੇ ਬਾਹਰ ਨਹੀਂ ਹੋ ਸਕਦੇ। ਡੂੰਘੇ ਸਤਰ ਤੇ ਤੁਸੀਂ ਵੀ ਇਹ ਗੱਲ ਜਾਣਦੇ ਹੋ ਕਿ ਤੁਸੀਂ ਨਹੀਂ ਰਹਿਣ ਦੀ ਕਲਪਨਾ ਕਰ ਸਕਦੇ। ਤੁਸੀਂ ਆਪਣੇ ਜੀਵਨ 'ਚ ਜਿਹੜਾ ਕੁਝ ਵੀ ਵੇਖਿਆ ਤੇ ਅਨੁਭਵ ਕੀਤਾ ਕਿ ਉਹਦੇ ਬਾਵਜੂਦ ਤੁਸੀਂ ਨਹੀਂ ਰਹਿਣ ਦੀ ਕਲਪਨਾ ਕਰ ਸਕਦੇ। ਤੁਸੀਂ ਇਹਦੀ ਕਲਪਨਾ ਕਰ ਹੀ ਨਹੀਂ ਸਕਦੇ ਕਿਉਂਕਿ ਇਹ ਅਸੰਭਵ ਹੈ। ਤੁਸੀਂ ਸਦੀਵੀ ਊਰਜਾ ਹੋ, ਇੱਕ ਵਿਸ਼ਵ ਵਿਆਪੀ ਮਸਤਕ। ਡਾਕਟਰ ਜੌਨ ਹੇਜ਼ਲਿਨ ਨੇ ਕਿਹਾ ਹੈ ਕਿ ਕੁਆਂਟਮ ਮੈਕੈਨਿਕਸ ਤੇ ਕੁਆਂਟਮ ਕਾਸਮੋਲੋਜੀ ਇਹਦੀ ਪੁਸ਼ਟੀ ਕਰਦੇ ਹੈ ਕਿ ਬ੍ਰਹਿਮੰਡ ਬਾਕਾਇਦਾ ਵਿਚਾਰ ਤੋਂ ਉਤਪੰਨ ਹੁੰਦਾ ਹੈ ਤੇ ਸਾਡੇ ਸਾਰੇ ਪਾਸਿਆਂ ਦੀ ਇਹ ਸਾਰੀ ਸਮੱਗਰੀ ਬਸ ਵਿਚਾਰਾਂ ਦਾ ਪ੍ਰਗਟੀਕਰਨ ਹੈ। ਆਖਰ ਅਸੀਂ ਬ੍ਰਹਿਮੰਡ ਦੇ ਸਰੋਤ ਹਾਂ ਤੇ ਜਦੋਂ ਅਸੀਂ ਅਨੁਭਵ ਰਾਹੀਂ ਇਸ ਸ਼ਕਤੀ ਨੂੰ ਪ੍ਰਤੱਖ ਤੌਰ 'ਤੇ ਸਮਝ ਲੈਂਦੇ ਹਾਂ ਤਾਂ ਅਸੀਂ ਆਪਣੀ ਸ਼ਕਤੀ ਦਾ ਪ੍ਰਯੋਗ ਕਰਕੇ ਆਪਣੀ ਮਨਚਾਹੀਆਂ ਚੀਜ਼ਾਂ ਨੂੰ ਪਾਉਣਾ ਸ਼ੁਰੂ ਕਰ ਸਕਦੇ ਹਾਂ। ਕਿਸੇ ਵੀ ਚੀਜ਼ ਦੀ ਰਚਨਾ ਕਰ ਲਓ। ਆਪਣੀ ਚੇਤਨਾ ਦੇ ਖੇਤਰ ਦੇ ਅੰਦਰੋਂ ਕੋਈ ਵੀ ਚੀਜ਼ ਰਚ ਲਓ ਕਿਉਂਕਿ ਤੁਹਾਡੀ ਚੇਤਨਾ ਆਖਰ ਉਸ ਬ੍ਰਹਿਮੰਡੀ ਚੇਤਨਾ ਦਾ ਹਿੱਸਾ ਹੈ ਜਿਹੜੀ ਬ੍ਰਹਿਮੰਡ ਨੂੰ ਚਲਾਉਂਦੀ ਹੈ। ਤੁਸੀਂ ਉਸ ਸ਼ਕਤੀ ਦਾ ਨਕਾਰਾਤਮਕ ਪ੍ਰਯੋਗ ਕਰਦੇ ਹੋ ਜਾਂ ਸਕਾਰਾਤਮਕ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਸਿਹਤ ਦੇ ਸੰਦਰਭ 'ਚ ਕਿਵੇਂ ਸਰੀਰ, ਕਿਸ ਤਰ੍ਹਾਂ ਦੇ ਮਾਹੌਲ ਨੂੰ ਉਤਪੰਨ ਕਰਦੇ ਹਾਂ। ਅਸੀਂ ਨਾ ਸਿਰਫ ਆਪਣੇ ਆਪ ਦੀ ਤਕਦੀਰ ਬਣਾਉਂਦੇ ਹਾਂ ਬਲਕਿ ਆਖਰ ਬ੍ਰਹਿਮੰਡੀ ਤਕਦੀਰ ਵੀ ਬਣਾਉਂਦੇ ਹਾਂ। ਅਸੀਂ ਬ੍ਰਹਿਮੰਡ ਦੇ ਨਿਰਮਾਤਾ ਹਾਂ, ਇਸ ਲਈ ਮਾਨਵੀ ਸਮਰੱਥਾ ਦੀ ਦਰਅਸਲ ਕੋਈ ਸੀਮਾ ਨਹੀਂ ਹੈ। ਜਿਸ ਹੱਦ ਤੱਕ ਅਸੀਂ ਇਹਨਾਂ ਡੂੰਘੇ ਅੰਤਰ ਸੰਬੰਧਾਂ ਨੂੰ ਪਛਾਣਦੇ ਤੇ ਇਸਤੇਮਾਲ ਕਰਦੇ ਹਾਂ, ਉਸੇ ਹੱਦ ਤੱਕ ਆਪਣੀ ਸ਼ਕਤੀ ਦਾ ਪ੍ਰਯੋਗ ਕਰਦੇ ਹਾਂ ਤੇ ਇਹਦਾ ਸੰਬੰਧ ਆਖਰ ਸਾਡੇ ਵਿਚਾਰਾਂ ਦੇ ਪੱਧਰ ਤੇ ਹੁੰਦਾ ਹੈ। ਕੁਝ ਮਹਾਨਤਮ
ਮਹਾਨਤਮ ਉਪਦੇਸ਼ਕਾਂ ਤੇ ਅਵਤਾਰਾਂ ਨੇ ਬ੍ਰਹਿਮੰਡ ਦਾ ਵਰਣਨ ਡਾਕਟਰ ਹੇਜ਼ਲਿਨ ਵਾਂਗ ਹੀ ਕੀਤਾ ਤੇ ਕਿਹਾ ਹੈ ਹਰ ਮੌਜੂਦ ਚੀਜ਼ ਬ੍ਰਹਿਮੰਡੀ ਮਸਤਕ ਦਾ ਅੰਸ਼ ਹੈ ਤੇ ਇਹੋ ਜਿਹੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਸਰਵਵਿਆਪੀ ਮਸਤਕ ਮਤਲਬ ਯੂਨੀਵਰਸਲ ਮਾਈਂਡ ਨਾ ਹੋਵੇ। ਇਹ ਹਰ ਚੀਜ਼ ਵਿੱਚ ਵਿਆਪਕ ਹੈ। ਸਰਵਵਿਆਪੀ ਮਸਤਕ ਸੰਪੂਰਨ ਗਿਆਨ, ਸੰਪੂਰਨ ਵਿਵੇਕ ਤੇ ਸੰਪੂਰਨਤਾ ਹੈ ਤੇ ਹਰ ਚੀਜ਼ ਅੰਦਰ ਹੈ ਤੇ ਇੱਕੋ ਹੀ ਸਮੇਂ 'ਚ ਹਰ ਥਾਂ ਤੇ ਹੈ। ਜੇ ਹਰ ਚੀਜ਼ ਵਿਸ਼ਵ ਵਿਆਪੀ ਬ੍ਰਹਿਮੰਡੀ ਮਸਤਕ ਹੈ ਤਾਂ ਇਹ ਮਸਤਕ ਹਰ ਥਾਂ ਮੌਜੂਦ ਹੈ ਤੇ ਇਹ ਤੁਹਾਡੇ 'ਚ ਵੀ ਹੈ। ਮੈਂ ਹੁਣ ਇਹ ਸਮਝਣ 'ਚ ਤੁਹਾਡੀ ਮਦਦ ਕਰਦੀ ਹਾਂ ਕਿ ਤੁਹਾਡੇ ਲਈ ਇਸ ਦਾ ਕੀ ਮਤਲਬ ਹੈ। ਇਹਦਾ ਮਤਲਬ ਹੈ ਹਰ ਸੰਭਾਵਨਾ ਪਹਿਲਾਂ ਤੋਂ ਹੀ ਮੌਜੂਦ ਹੈ। ਸਾਰਾ ਗਿਆਨ, ਭਵਿੱਖ ਦੀ ਸਾਰੀਆਂ ਖੋਜਾਂ ਤੇ ਅਵਿਸ਼ਕਾਰ ਬਤੌਰ ਸੰਭਾਵਨਾਵਾਂ ਬ੍ਰਹਿਮੰਡੀ ਮਸਤਕ 'ਚ ਮੌਜੂਦ ਹਨ ਤੇ ਮਾਨਵੀ ਮਸਤਕ ਰਾਹੀਂ ਬਾਹਰ ਕੱਢੇ ਜਾਣ ਦਾ ਇੰਤਜ਼ਾਰ ਕਰ ਰਹੀਆਂ ਹਨ। ਇਤਿਹਾਸ ਦੀ ਹਰ ਰਚਨਾ ਤੇ ਅਵਿਸ਼ਕਾਰ ਵੀ ਬ੍ਰਹਿਮੰਡੀ ਮਸਤਕ 'ਚੋਂ ਨਿਕਲੇ ਹਨ, ਭਾਵੇਂ ਉਹ ਵਿਅਕਤੀ ਇਹ ਗੱਲ ਜਾਣਦਾ ਹੈ ਜਾਂ ਨਹੀਂ। ਤੁਸੀਂ ਇਸ ਤੋਂ ਆਪਣੀ ਮਨ ਚਾਹੀਆਂ ਚੀਜ਼ਾਂ ਕਿਵੇਂ ਪ੍ਰਾਪਤ ਕਰ ਸਕਦੇ ਹੋ? ਤੁਸੀਂ ਆਪਣੀ ਚੇਤਨਤਾ ਦੇ ਤੇ ਅਦਭੁਤ ਕਲਪਨਾ ਸ਼ਕਤੀ ਦੇ ਪ੍ਰਯੋਗ ਨਾਲ ਇੰਜ ਕਰ ਸਕਦੇ ਹੋ। ਆਪਣੇ ਚਾਰੇ ਪਾਸੇ ਉਹਨਾਂ ਲੋੜਾਂ ਨੂੰ ਦੇਖੋ ਜਿਹੜੀਆਂ ਪੂਰਾ ਹੋਣ ਦਾ ਇੰਤਜ਼ਾਰ ਕਰ ਰਹੀਆਂ ਹਨ। ਕਲਪਨਾ ਕਰੋ ਕਿ ਕੀ ਕਿਸੇ ਲੋੜ ਨੂੰ ਪੂਰਾ ਕਰਨ ਲਈ ਸਾਡੇ ਕੋਲ ਮਹਾਨ ਅਵਿਸ਼ਕਾਰ ਹੈ। ਲੋੜਾਂ ਦੀ ਭਾਲ ਕਰੋ ਤੇ ਫਿਰ ਕਲਪਨਾ ਕਰੋ ਤੇ ਉਹਨਾਂ ਦੀ ਪੂਰਤੀ ਬਾਰੇ ਸੋਚ ਕੇ ਉਹਨੂੰ ਸਾਕਾਰ ਕਰ ਲਓ। ਤੁਹਾਨੂੰ ਖੋਜ ਜਾਂ ਅਵਿਸ਼ਕਾਰ ਲੱਭਣ ਲਈ ਮਿਹਨਤ ਨਹੀਂ ਕਰਨੀ। ਸਰਵਵਿਆਪੀ ਮਸਤਕ 'ਚੋਂ ਸੰਭਾਵਨਾਵਾਂ ਪਹਿਲਾਂ ਤੋਂ ਹੀ ਮੌਜੂਦ ਹਨ। ਤੁਹਾਨੂੰ ਤਾਂ ਬਸ ਆਪਣੇ ਮਸਤਕ ਨੂੰ ਅੰਤਿਮ ਨਤੀਜੇ ਤੇ ਕੇਂਦਰਿਤ ਰੱਖਣਾ ਹੈ ਤੇ ਉਹ ਲੋੜ ਪੂਰੀ ਕਰਨ ਦੀ ਕਲਪਨਾ ਕਰਨੀ ਹੈ। ਜੇ ਤੁਸੀਂ ਇੰਨਾ ਕਰ ਦਿੰਦੇ ਹੋ ਤਾਂ ਤੁਸੀਂ ਉਹਨੂੰ ਸਾਕਾਰ ਕਰ ਲੈਂਦੇ ਹੋ। ਜਦੋਂ ਤੁਸੀਂ ਮੰਗਦੇ ਹੋ, ਮਹਿਸੂਸ ਕਰਦੇ ਹੋ, ਯਕੀਨ ਕਰਦੇ ਹੋ ਤਾਂ ਤੁਹਾਨੂੰ ਮਿਲ ਜਾਏਗਾ। ਵਿਚਾਰਾਂ ਦੀ ਅਸੀਮਤ ਪੂਰਤੀ ਇੰਤਜ਼ਾਰ ਕਰ ਰਹੀ ਹੈ ਕਿ ਤੁਸੀਂ ਉਹਨਾਂ ਤੇ ਦਸਤਕ ਦਿਓ ਤੇ ਉਹਨਾਂ ਨੂੰ ਸਾਕਾਰ ਕਰ ਲਓ। ਹਰ ਚੀਜ਼ ਤੁਹਾਡੀ ਚੇਤਨਾ ਵਿੱਚ ਮੌਜੂਦ ਹੈ। ਚਾਰਲਸ ਫਿਲਮੋਰ ਅਨੁਸਾਰ ਦੈਵੀ ਮਸਤਕ ਨਿਰੀ ਸੱਚਾਈ ਹੈ। ਜੌਨ ਅਸਾਰਫ ਅਨੁਸਾਰ ਅਸੀਂ ਸਾਰੇ ਜੁੜੇ ਹੋਏ ਹਾਂ, ਅਸੀਂ ਬਸ ਇਹਨੂੰ ਦੇਖ ਨਹੀਂ ਸਕਦੇ। ਬਾਹਰੋਂ ਉੱਥੇ, ਅੰਦਰੋਂ ਇੱਥੇ ਦਾ ਕੋਈ ਭੇਦ ਨਹੀਂ ਹੈ। ਬ੍ਰਹਿਮੰਡ 'ਚ ਹਰ ਚੀਜ਼ ਜੁੜੀ ਹੋਈ ਹੈ। ਇੱਕ ਵਿਸ਼ਾਲ ਊਰਜਾ ਖੇਤਰ ਹੈ। ਤੁਸੀਂ ਜਿਸ ਤਰੀਕੇ ਵੀ ਇਸ ਵੱਲ ਦੇਖੋ, ਸਿੱਟਾ ਹੋਈ ਹੈ। ਅਸੀਂ ਸਾਰੇ ਇੱਕ ਹਾਂ, ਅਸੀਂ ਸਾਰੇ ਜੁੜੇ ਹੋਏ ਹਾਂ, ਅਸੀਂ ਸਾਰੇ ਇੱਕ ਊਰਜਾ ਖੇਤਰ, ਇੱਕ ਵਿਸ਼ਾਲ ਮਸਤਕ, ਇੱਕ ਚੇਤਨਾ ਜਾਂ ਇੱਕ ਰਚਨਾਤਮਕ ਸਰੋਤ ਦਾ ਹਿੱਸਾ ਹਾਂ। ਤੁਸੀਂ ਇਹਨੂੰ ਭਾਵੇਂ ਕਿਸੇ ਵੀ ਨਾਮ ਨਾਲ ਪੁਕਾਰੋ, ਅਸੀਂ ਸਾਰੇ ਇੱਕ ਹਾਂ। ਸਾਰਿਆਂ ਦੇ ਇੱਕ ਹੋਣ ਦੇ ਸੰਦਰਭ 'ਚ ਜੇਕਰ ਹੁਣ ਤੁਸੀਂ ਆਕਰਸ਼ਣ ਦੇ ਨਿਯਮ ਬਾਰੇ ਸੋਚੋਗੇ ਤਾਂ ਤੁਸੀਂ ਇਹਦੀ ਅਸਲ ਪੂਰਨਤਾ ਨੂੰ ਦੇਖ ਪਾਓਗੇ। ਤੁਸੀਂ ਸਮਝ ਜਾਓਗੇ ਕਿ ਕਿਸੇ ਦੂਜੇ ਦੇ ਬਾਰੇ 'ਚ ਤੁਹਾਡੇ ਨਕਾਰਾਤਮਕ ਵਿਚਾਰ ਮੁੜ ਕੇ ਤੁਹਾਨੂੰ ਹੀ ਨੁਕਸਾਨ ਪਹੁੰਚਾਉਣਗੇ। ਅਸੀਂ ਇੱਕ ਹਾਂ। ਤੁਹਾਨੂੰ ਉਦੋਂ ਤੱਕ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ ਜਦੋਂ ਤੱਕ ਕਿ ਤੁਸੀਂ ਉਹਨਾਂ ਨਕਾਰਾਤਮਕ ਵਿਚਾਰਾਂ ਤੇ ਭਾਵਨਾਵਾਂ ਨੂੰ ਭੇਜ ਕੇ ਉਸ ਨੁਕਸਾਨ ਨੂੰ ਵਜੂਦ 'ਚ ਨਾ ਲਿਆਓ। ਤੁਹਾਨੂੰ ਚੁਣਨ ਦੀ ਸੁਤੰਤਰ ਇੱਛਾ ਦਿੱਤੀ ਗਈ ਹੈ, ਲੇਕਿਨ ਜਦੋਂ ਤੁਸੀਂ ਨਕਾਰਾਤਮਕ ਵਿਚਾਰ ਤੇ ਭਾਵਨਾਵਾਂ ਰੱਖਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਇੱਕੋ ਇੱਕ ਚੰਗਿਆਈ ਤੋਂ ਵੱਖ ਕਰ ਲੈਂਦੇ ਹੋ। ਕਿਸੇ ਵੀ ਨਕਾਰਾਤਮਕ ਭਾਵ ਤੇ ਗੌਰ ਕਰੋ। ਉਹਨਾਂ 'ਚੋਂ ਹਰ ਇੱਕ ਦਾ ਆਧਾਰ ਡਰ ਹੈ। ਉਹ ਵੱਖਰੇਵੇਂ ਦੇ ਵਿਚਾਰਾਂ ਤੇ ਆਪਣੇ ਆਪ ਨੂੰ ਹੋਰਾਂ ਤੋਂ ਜੁਦਾ ਦੇਖਣ ਕਾਰਨ ਉਤਪੰਨ ਹੁੰਦੇ ਹਨ। ਹੋੜ ਵੱਖਰੇਵਾਂ ਦਾ ਉਦਾਹਰਣ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੁਹਾਡੇ ਮਨ 'ਚ ਹੋੜ ਦੇ ਵਿਚਾਰ ਆਉਂਦੇ ਆ ਤਾਂ ਉਹਨਾਂ ਦਾ ਕਾਰਨ ਘਾਟੇ ਦੀ ਮਾਨਸਿਕਤਾ ਹੈ। ਜਿਵੇਂ ਤੁਹਾਡੇ ਹਿਸਾਬ ਨਾਲ ਪੂਰਤੀ ਸੀਮਤ ਹੋਵੇ। ਤੁਸੀਂ ਕਹਿ ਰਹੇ ਹੋ ਹਰ ਇੱਕ ਲਈ ਲੋੜੀਂਦੀ ਵਸਤੂ ਨਹੀਂ ਹੈ, ਇਸ ਲਈ ਸਾਨੂੰ ਇਹਨੂੰ ਪਾਉਣ ਲਈ ਮੁਕਾਬਲੇ ਤੇ ਸੰਘਰਸ਼ ਕਰਨਾ ਪਏਗਾ। ਹੋੜ ਜਾਂ ਮੁਕਾਬਲਾ ਕਰਕੇ ਤੁਸੀਂ ਕਦੇ ਜਿੱਤ ਨਹੀਂ ਸਕਦੇ, ਭਾਵੇਂ ਤੁਸੀਂ ਸੋਚੋ ਕਿ ਤੁਸੀਂ ਜਿੱਤ ਗਏ ਹੋ। ਜਦੋਂ ਤੁਸੀਂ ਹੋੜ ਕਰੋਗੇ ਤਾਂ ਆਕਰਸ਼ਣ ਦੇ ਨਿਯਮ ਰਾਹੀਂ ਤੁਸੀਂ ਆਪਣੇ ਜੀਵਨ ਦੇ ਹਰ ਪਹਿਲੂ 'ਚ ਮੁਕਾਬਲੇ ਕਰਨ ਵਾਲੇ ਲੋਕਾਂ ਤੇ ਹਾਲਾਤਾਂ ਨੂੰ ਆਕਰਸ਼ਿਤ ਕਰੋਗੇ ਤੇ ਆਖਰਕਾਰ ਤੁਸੀਂ ਹਾਰ ਜਾਓਗੇ। ਅਸੀਂ ਸਾਰੇ ਇੱਕ ਹਾਂ, ਇਸ ਲਈ ਜਦੋਂ ਤੁਸੀਂ ਮੁਕਾਬਲਾ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਦੇ ਖਿਲਾਫ ਹੋੜ ਕਰਦੇ ਹੋ। ਤੁਹਾਨੂੰ ਮੁਕਾਬਲੇ ਨੂੰ ਆਪਣੇ ਦਿਮਾਗ 'ਚੋਂ ਬਾਹਰ ਕੱਢਣਾ ਪਏਗਾ। ਆਪਣੇ ਮਸਤਕ ਨੂੰ ਸਿਰਜਨਾਤਮਕ ਬਣਾਉਣਾ ਹੋਏਗਾ।
ਸਿਰਫ ਆਪਣੇ ਸੁਪਨਿਆਂ, ਆਪਣੀ ਭਵਿੱਖ ਦ੍ਰਿਸ਼ਟੀ ਤੇ ਧਿਆਨ ਕੇਂਦਰਿਤ ਕਰੋ ਤੇ ਸਾਰੀਆਂ ਹੋੜਾਂ ਨੂੰ ਸਮੀਕਰਨ ਤੋਂ ਬਾਹਰ ਕੱਢ ਦਿਓ। ਬ੍ਰਹਿਮੰਡ ਹਰ ਚੀਜ਼ ਦੀ ਪੂਰਤੀ ਕਰਦਾ ਹੈ। ਹਰ ਚੀਜ਼ ਬ੍ਰਹਿਮੰਡ ਤੋਂ ਆਉਂਦੀ ਹੈ ਤੇ ਆਕਰਸ਼ਣ ਦੇ ਨਿਯਮ ਰਾਹੀਂ ਲੋਕਾਂ, ਹਾਲਾਤਾਂ ਤੇ ਘਟਨਾਵਾਂ ਦੁਆਰਾ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ। ਆਕਰਸ਼ਣ ਦੇ ਨਿਯਮ ਨੂੰ ਪੂਰਤੀ ਦੇ ਨਿਯਮ ਵਰਗਾ ਹੀ ਮੰਨੋ। ਇਹੀ ਉਹ ਨਿਯਮ ਹੈ ਜਿਹੜਾ ਤੁਹਾਡੀ ਅਸੀਮਤ ਪੂਰਤੀ ਤੋਂ ਆਪਣੀ ਮਨਚਾਹੀ ਚੀਜ਼ ਪਾਉਣ 'ਚ ਸਮਰੱਥ ਬਣਾਉਂਦਾ ਹੈ। ਜਦੋਂ ਤੁਸੀਂ ਆਪਣੀ ਮਨਚਾਹੀ ਚੀਜ਼ ਦੀ ਆਦਰਸ਼ ਫ੍ਰੀਕੁਐਂਸੀ ਭੇਜਦੇ ਹੋ ਤਾਂ ਆਦਰਸ਼ ਲੋਕ, ਪ੍ਰਸਥਿਤੀਆਂ ਤੇ ਘਟਨਾਵਾਂ ਤੁਹਾਡੇ ਵੱਲ ਆਕਰਸ਼ਿਤ ਹੋਣਗੀਆਂ ਤੇ ਤੁਹਾਡੇ ਤੱਕ ਉਹ ਚੀਜ਼ਾਂ ਪਹੁੰਚਾ ਦੇਣਗੀਆਂ। ਲੋਕ ਤੁਹਾਨੂੰ ਤੁਹਾਡੀ ਮਨਚਾਹੀ ਚੀਜ਼ ਨਹੀਂ ਦੇ ਰਹੇ। ਜੇ ਤੁਹਾਡੇ ਮਨ 'ਚ ਗਲਤ ਧਾਰਨਾ ਹੈ ਤਾਂ ਤੁਸੀਂ ਕਮੀ ਦਾ ਅਨੁਭਵ ਕਰੋਗੇ, ਕਿਉਂਕਿ ਤੁਸੀਂ ਬਾਹਰੀ ਸੰਸਾਰ ਤੇ ਲੋਕਾਂ ਨੂੰ ਪੂਰਤੀ ਦਾ ਸਰੋਤ ਮੰਨਦੇ ਹੋ। ਸੱਚੀ ਪੂਰਤੀ ਦਾ ਸਰੋਤ ਤਾਂ ਅਦ੍ਰਿਸ਼ ਖੇਤਰ ਹੈ। ਤੁਸੀਂ ਉਹਨੂੰ ਬ੍ਰਹਿਮੰਡ, ਸ਼੍ਰੋਮਣੀ ਮਸਤਕ, ਈਸ਼ਵਰ, ਅਸੀਮਤ ਵਿਵੇਕ ਜਾਂ ਚਾਹੇ ਜਿਹੜਾ ਨਾਮ ਦਿਓ। ਜਦੋਂ ਤੁਸੀਂ ਕੋਈ ਚੀਜ਼ ਪ੍ਰਾਪਤ ਕਰਦੇ ਹੋ ਤਾਂ ਯਾਦ ਰੱਖੋ ਤੁਸੀਂ ਉਸ ਚੀਜ਼ ਦੀ ਫ੍ਰੀਕੁਐਂਸੀ ਤੇ ਹੋ ਕੇ ਤੇ ਬ੍ਰਹਿਮੰਡੀ ਪੂਰਤੀ ਦੇ ਸੁਮੇਲ 'ਚ ਰਹਿ ਕੇ ਉਹਨੂੰ ਆਕਰਸ਼ਣ ਦੇ ਨਿਯਮ ਨਾਲ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਹਰ ਚੀਜ਼ 'ਚ ਵਿਆਪਤ ਬ੍ਰਹਿਮੰਡੀ ਵਿਵੇਕ ਜਾਂ ਸਿਆਣਪ ਨੇ ਲੋਕਾਂ, ਹਾਲਾਤਾਂ ਤੇ ਘਟਨਾਵਾਂ ਨੂੰ ਸਕ੍ਰਿਆ ਕਰ ਤੁਹਾਡੇ ਤੱਕ ਉਹ ਚੀਜ਼ ਪਹੁੰਚਾ ਦਿੱਤੀ, ਕਿਉਂਕਿ ਇਹੀ ਨਿਯਮ ਹੈ। ਲੀਸਾ ਨਿਕੋਲਸ ਅਨੁਸਾਰ ਅਸੀਂ ਅਕਸਰ ਆਪਣੇ ਸਰੀਰ ਦੇ ਭੌਤਿਕ ਅਸਤਿਤਵ ਤੋਂ ਭਟਕ ਜਾਂਦੇ ਹਾਂ। ਇਹ ਤਾਂ ਸਿਰਫ ਸਾਡੀ ਆਤਮਾ ਦਾ ਪਾਤਰ ਹੈ ਤੇ ਤੁਹਾਡੀ ਆਤਮਾ ਇੰਨੀ ਵੱਡੀ ਹੈ ਕਿ ਪੂਰੇ ਕਮਰੇ ਨੂੰ ਭਰ ਸਕਦੀ ਹੈ। ਤੁਸੀਂ ਅਨੰਤ ਜੀਵਨ ਹੋ। ਤੁਸੀਂ ਈਸ਼ਵਰ ਦਾ ਇਹੋ ਜਿਹਾ ਮਾਨਵੀ ਰੂਪ ਹੋ ਜਿਸ ਨੂੰ ਉੱਤਮ ਬਣਾਇਆ ਗਿਆ ਹੈ। ਮਾਈਕਲ ਬਰਨਾਰਡ ਬੇਕਵੇਥ ਅਨੁਸਾਰ ਬਾਈਬਲ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਈਸ਼ਵਰ ਨੇ ਆਪਣੀ ਤਸਵੀਰ 'ਚ ਬਣਾਇਆ ਤੇ ਅਸੀਂ ਸਾਰੇ ਸਮਾਨ ਹਾਂ। ਅਸੀਂ ਕਹਿ ਸਕਦੇ ਹਾਂ ਕਿ ਸਾਡੇ ਵੱਲੋਂ ਬ੍ਰਹਿਮੰਡ ਆਪਣੇ ਆਪ ਬਾਰੇ ਜਾਗਰੂਕ ਹੋ ਰਿਹਾ ਹੈ। ਅਸੀਂ ਕਹਿ ਸਕਦੇ ਹਾਂ ਕਿ ਅਸੀਂ ਖੁੱਲ੍ਹਦੀ ਸੰਭਾਵਨਾ ਦੇ ਅਸੀਮਤ ਖੇਤਰ ਹਾਂ। ਇਹ ਸਾਰਾ ਸੱਚ ਹੈ। ਤੁਸੀਂ ਜੋ ਹੋ ਉਹਦਾ 99% ਅਦ੍ਰਿਸ਼ ਹੈ ਤੇ ਉਹਨੂੰ ਛੋਇਆ ਨਹੀਂ ਜਾ ਸਕਦਾ। ਆਰ ਬਕਮਿੰਸਟਰ ਫੁਲਰ ਅਨੁਸਾਰ ਤੁਸੀਂ ਈਸ਼ਵਰ ਦਾ ਸਰੀਰਕ ਤੌਰ ਹੈ। ਤੁਸੀਂ ਮਾਸ ਨਹੀਂ, ਆਤਮਾ। ਤੁਹਾਡਾ ਜੀਵਨ ਅਨਾਦ ਹੈ ਜਿਹੜਾ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹੈ। ਤੁਸੀਂ ਬ੍ਰਹਿਮੰਡੀ ਜੀਵ ਹੋ। ਤੁਸੀਂ ਸਮੁੱਚੀ ਸ਼ਕਤੀ ਹੋ। ਤੁਸੀਂ ਸਮੁੱਚਾ ਗਿਆਨ ਹੋ। ਤੁਸੀਂ ਸਮੁੱਚਾ ਵਿਵੇਕ ਹੋ। ਤੁਸੀਂ ਪੂਰਨਤਾ ਹੋ। ਤੁਸੀਂ ਸ਼ਾਨਦਾਰ ਹੋ। ਤੁਸੀਂ ਰਚਨਹਾਰ ਹੋ ਤੇ ਇਸ ਗ੍ਰਹਿ ਤੇ ਆਪਣੀ ਰਚਨਾ ਕਰ ਰਹੇ ਹੋ। ਜੇਮਸ ਰੇ ਅਨੁਸਾਰ ਹਰ ਧਾਰਮਿਕ ਪਰੰਪਰਾ 'ਚ ਦੱਸਿਆ ਗਿਆ ਕਿ ਤੁਹਾਨੂੰ ਰਚਨਾਤਮਕ ਸਰੋਤ ਦੀ ਤਸਵੀਰ 'ਚ ਰਚਿਆ ਗਿਆ ਹੈ। ਇਹਦਾ ਮਤਲਬ ਹੈ ਤੁਹਾਡੇ 'ਚ ਈਸ਼ਵਰ ਦੀ ਸਮਰੱਥਾ ਤੇ ਸ਼ਕਤੀ ਹੈ। ਤੁਹਾਡੇ 'ਚ ਆਪਣਾ ਸੰਸਾਰ ਰਚਣ ਦੀ ਸਾਰੀ ਸ਼ਕਤੀ ਹੈ। ਹੋ ਸਕਦਾ ਤੁਸੀਂ ਇਹੋ ਜਿਹੀਆਂ ਚੀਜ਼ਾਂ ਦੀ ਰਚਨਾ ਕੀਤੀ ਹੋਵੇ ਜਿਹੜੀਆਂ ਅਦਭੁਤ ਹੋਣ ਤੇ ਤੁਹਾਡੇ ਕਾਬਲ, ਜਾਂ ਫਿਰ ਹੋ ਸਕਦਾ ਤੁਸੀਂ ਇਸ ਤਰ੍ਹਾਂ ਨਹੀਂ ਕੀਤਾ ਹੋਵੇ। ਮੈਂ ਚਾਹੁੰਦਾ ਕਿ ਤੁਸੀਂ ਇਸ ਸਵਾਲ ਤੇ ਵਿਚਾਰ ਕਰੋ। ਤੁਹਾਨੂੰ ਆਪਣੇ ਜੀਵਨ 'ਚ ਜੋ ਨਤੀਜੇ ਮਿਲ ਰਹੇ ਹਨ, ਕੀ ਤੁਸੀਂ ਉਹਨਾਂ ਨੂੰ ਸੱਚਮੁੱਚ ਚਾਹੁੰਦੇ ਹੋ ਤੇ ਕੀ ਉਹ ਸੱਚਮੁੱਚ ਤੁਹਾਡੇ ਕਾਬਲ ਹਨ? ਜੇਕਰ ਉਹ ਤੁਹਾਡੇ ਕਾਬਲ ਨਹੀਂ ਹੈ ਤਾਂ ਫਿਰ ਕੀ ਇਹੀ ਉਹਨਾਂ ਨੂੰ ਬਦਲਣ ਦਾ ਸਹੀ ਸਮਾਂ ਨਹੀਂ ਹੈ? ਕਿਉਂਕਿ ਤੁਹਾਡੇ 'ਚ ਇੰਜ ਕਰਨ ਦੀ ਸ਼ਕਤੀ ਹੈ। ਰੋਬਰਟ ਕਾਲੀਅਰ ਅਨੁਸਾਰ ਸਾਰੀ ਸ਼ਕਤੀ ਅੰਦਰੋਂ ਆਉਂਦੀ ਹੈ, ਇਸ ਲਈ ਸਾਡੇ ਕਾਬੂ ਵਿੱਚ ਹੈ। ਤੁਸੀਂ ਆਪਣਾ ਅਤੀਤ ਨਹੀਂ ਹੋ। ਜੈਕ ਕੈਨਫੀਲਡ ਅਨੁਸਾਰ ਬਹੁਤੇ ਲੋਕ ਆਪਣੇ ਆਪ ਨੂੰ ਜੀਵਨ ਦਾ ਸ਼ਿਕਾਰ ਮੰਨਦੇ ਹਨ। ਉਹ ਅਕਸਰ ਅਤੀਤ ਦੀਆਂ ਘਟਨਾਵਾਂ ਨੂੰ ਦੋਸ਼ ਦਿੰਦੇ ਰਹਿੰਦੇ ਹਨ। ਹੋ ਸਕਦਾ ਹੈ ਉਹ ਕਹਿਣ ਕਿ ਉਹਨਾਂ ਨੂੰ ਬਦਸਲੂਕ ਮਾਂ-ਪਿਓ ਜਾਂ ਵਿਘਟਨਾਕਾਰੀ ਪਰਿਵਾਰ 'ਚ ਵੱਡਾ ਹੋਣਾ ਪਿਆ। ਜ਼ਿਆਦਾਤਰ ਮਨੋਵਿਗਿਆਨੀ ਮੰਨਦੇ ਹੈ ਕਿ ਲਗਭਗ 85% ਪਰਿਵਾਰ ਵਿਘਟਨਕਾਰੀ ਹੁੰਦੇ ਹਨ। ਇਸ ਲਈ ਅਚਾਨਕ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਇੰਨੇ ਅਨੂਠੇ ਨਹੀਂ ਹੋ। ਮੇਰੇ ਮਾਂ-ਪਿਓ ਸ਼ਰਾਬੀ ਹਨ। ਮੇਰੇ ਪਿਤਾ ਮੈਨੂੰ ਕੁੱਟਦੇ ਸਨ। ਜਦੋਂ ਮੈਂ 6 ਸਾਲ ਦਾ ਸੀ ਮੇਰੀ ਮਾਂ ਨੇ ਉਹਨਾਂ ਨੂੰ ਤਲਾਕ ਦੇ ਦਿੱਤਾ। ਮੇਰਾ ਮਤਲਬ ਹੈ ਇਹ ਕਿਸੇ ਨਾ ਕਿਸੇ ਤੌਰ ਤੇ ਹਰ ਵਿਅਕਤੀ ਦੀ ਕਹਾਣੀ ਹੈ। ਅਸਲ ਸਵਾਲ ਇਹ ਹੈ ਹੁਣ ਤੁਸੀਂ ਕੀ ਕਰਨ ਵਾਲੇ ਹੋ? ਹੁਣ ਤੁਸੀਂ ਕੀ ਚੁਣਨ ਵਾਲੇ ਹੋ? ਕਿਉਂਕਿ ਜਾਂ ਤਾਂ ਤੁਸੀਂ ਅਣਚਾਹੀ ਚੀਜ਼ਾਂ ਤੇ ਧਿਆਨ ਕੇਂਦਰਿਤ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਮਨਚਾਹੀਆਂ ਚੀਜ਼ਾਂ ਤੇ ਧਿਆਨ ਕੇਂਦਰਿਤ ਕਰ ਸਕਦੇ ਹੋ। ਤੇ ਜਦੋਂ ਲੋਕ ਮਨਚਾਹੀਆਂ ਚੀਜ਼ਾਂ ਤੇ ਧਿਆਨ ਕੇਂਦਰਿਤ ਕਰਦੇ ਹਨ ਤਾਂ ਅਣਚਾਹੀਆਂ ਚੀਜ਼ਾਂ ਗਾਇਬ ਹੋਣ ਲੱਗਦੀਆਂ ਹਨ।
ਤੇ ਮਨ ਚਾਹੀਆਂ ਚੀਜ਼ਾਂ ਵਧਣ ਲੱਗਦੀਆਂ। ਇੱਕ ਸਮਾਂ ਇਹੋ ਜਿਹਾ ਆਉਂਦਾ ਹੈ ਜਦੋਂ ਅਣਚਾਹਿਆ ਹਿੱਸਾ ਬਿਲਕੁਲ ਗਾਇਬ ਹੋ ਜਾਂਦਾ ਹੈ। ਜਿਹੜਾ ਵਿਅਕਤੀ ਆਪਣੇ ਮਸਤਕ ਨੂੰ ਜੀਵਨ ਦੇ ਕਾਲੇ ਪਹਿਲੂ ਤੇ ਕੇਂਦਰਿਤ ਰੱਖਦਾ ਹੈ, ਉਹ ਅਤੀਤ ਦੇ ਦੁਰਭਾਗਾਂ ਤੇ ਨਿਰਾਸ਼ਾਵਾਂ ਨੂੰ ਬਾਰ-ਬਾਰ ਭੋਗਦਾ ਹੈ। ਇਹੀ ਨਹੀਂ, ਉਹ ਇੱਕ ਤਰ੍ਹਾਂ ਨਾਲ ਭਵਿੱਖ 'ਚ ਉਂਝ ਦੀ ਬਦਕਿਸਮਤੀ ਤੇ ਨਿਰਾਸ਼ਾਵਾਂ ਲਈ ਪ੍ਰਾਰਥਨਾ ਕਰਦਾ ਹੈ। ਜੇ ਤੁਹਾਨੂੰ ਭਵਿੱਖ 'ਚ ਬਦਕਿਸਮਤੀ ਤੋਂ ਸਿਵਾ ਕੁਝ ਨਹੀਂ ਦਿਖਦਾ ਤਾਂ ਤੁਸੀਂ ਇਸੇ ਲਈ ਪ੍ਰਾਰਥਨਾ ਕਰ ਰਹੇ ਹੋ। ਨਿਸ਼ਚਿਤ ਤੌਰ ਤੇ ਤੁਹਾਨੂੰ ਬਦਕਿਸਮਤੀ ਹੀ ਮਿਲੇਗੀ। ਪ੍ਰਿੰਟਿਸ ਮਲਫੋਰਡ ਅਨੁਸਾਰ, ਜੇ ਤੁਸੀਂ ਆਪਣੇ ਅਤੀਤ ਦੀਆਂ ਮੁਸ਼ਕਲਾਂ ਤੇ ਧਿਆਨ ਕੇਂਦਰਿਤ ਕਰਦੇ ਹੋ ਤਾਂ ਤੁਸੀਂ ਵਰਤਮਾਨ 'ਚ ਆਪਣੇ ਲਈ ਜ਼ਿਆਦਾ ਮੁਸ਼ਕਲ ਹਾਲਾਤ ਉਤਪੰਨ ਕਰ ਰਹੇ ਹੋ। ਇਹਨੂੰ ਛੱਡ ਦਿਓ, ਚਾਹੇ ਜਿਹੜਾ ਕੁਝ ਵੀ ਹੋਵੇ, ਇਸ 'ਚ ਤੁਹਾਡਾ ਹੀ ਫਾਇਦਾ ਹੈ। ਜੇ ਤੁਸੀਂ ਕਿਸੇ ਨਾਲ ਕਸਕ ਜਾਂ ਕ੍ਰਿਜ ਰੱਖਦੇ ਹੋ ਤਾਂ ਕਿਸੇ ਪੁਰਾਣੀ ਘਟਨਾ ਲਈ ਕਿਸੇ ਨੂੰ ਦੋਸ਼ ਦਿੰਦੇ ਹੋ ਤਾਂ ਤੁਸੀਂ ਸਿਰਫ ਆਪਣਾ ਨੁਕਸਾਨ ਕਰ ਰਹੇ ਹੋ। ਤੁਸੀਂ ਇਕੱਲੇ ਹੀ ਵਿਅਕਤੀ ਹੋ ਜਿਹੜਾ ਉਸ ਜੀਵਨ ਦਾ ਨਿਰਮਾਣ ਕਰ ਸਕਦਾ ਹੈ ਜਿਹਦੇ ਤੁਸੀਂ ਹੱਕਦਾਰ ਹੋ। ਜਦੋਂ ਤੁਸੀਂ ਸਚੇਤਨ ਤੌਰ ਤੇ ਆਪਣੀ ਮਨਚਾਹੀਆਂ ਚੀਜ਼ਾਂ ਤੇ ਧਿਆਨ ਕਰਦੇ ਹੋ, ਤੁਸੀਂ ਚੰਗੀਆਂ ਭਾਵਨਾਵਾਂ ਭੇਜਣੀਆਂ ਸ਼ੁਰੂ ਕਰ ਦਿਓ ਤਾਂ ਆਕਰਸ਼ਣ ਦਾ ਨਿਯਮ ਪ੍ਰਤੀਕਿਰਿਆ ਕਰੇਗਾ। ਤੁਹਾਨੂੰ ਤਾਂ ਬਸ ਸ਼ੁਰੂ ਕਰਨਾ ਹੈ। ਇੰਜ ਕਰਦੇ ਹੀ ਜਾਦੂ ਦੀ ਸੋਟੀ ਘੁੰਮ ਜਾਏਗੀ। ਲੀਸਾ ਨਿਕੋਲਸ ਅਨੁਸਾਰ, ਤੁਸੀਂ ਆਪਣੀ ਤਕਦੀਰ ਦੇ ਨਿਰਮਾਤਾ ਹੋ। ਤੁਸੀਂ ਲਿਖਾਰੀ ਹੋ, ਆਪਣੀ ਕਹਾਣੀ ਆਪੇ ਲਿਖਦੇ ਹੋ। ਕਲਮ ਤੁਹਾਡੇ ਹੱਥ 'ਚ ਹੈ ਤੇ ਨਤੀਜਾ ਉਹੀ ਹੈ ਜਿਹਨੂੰ ਤੁਸੀਂ ਚੁਣਦੇ ਹੋ। ਮਾਈਕਲ ਬਰਨਾਰਡ ਬੇਕਫਿਥ ਅਨੁਸਾਰ, ਆਕਰਸ਼ਣ ਦੇ ਨਿਯਮ ਬਾਰੇ ਸੁੰਦਰ ਗੱਲ ਇਹ ਹੈ ਕਿ ਤੁਸੀਂ ਜਿੱਥੇ ਹੋ ਉੱਥੋਂ ਹੀ ਸ਼ੁਰੂ ਕਰ ਸਕਦੇ ਹੋ। ਤੁਸੀਂ ਇਸ ਵੇਲੇ ਅਸਲ ਸੋਚ ਨਾਲ ਸੋਚਣਾ ਸ਼ੁਰੂ ਕਰ ਸਕਦੇ ਹੋ ਤੇ ਆਪਣੇ ਸੁੰਦਰ ਸੁਮੇਲ ਤੇ ਖੁਸ਼ੀ ਦੀ ਭਾਵਨਾ ਉਤਪੰਨ ਕਰ ਸਕਦੇ ਹੋ। ਨਿਯਮ ਉਸੇ ਦੇ ਮੁਤਾਬਕ ਪ੍ਰਤੀਕਿਰਿਆ ਕਰਨ ਲੱਗੇਗਾ। ਡਾਕਟਰ ਜੋ ਵਿਟਾਲ, ਦੇਖੋ, ਤੁਹਾਡੇ ਮਨ 'ਚ ਕਈ ਧਾਰਨਾਵਾਂ ਹੋਣਗੀਆਂ, ਜਿਵੇਂ ਬ੍ਰਹਿਮੰਡ 'ਚ ਲੋੜ ਤੋਂ ਵੱਧ ਹੈ, ਜਾਂ ਤੁਹਾਡੇ ਮਨ 'ਚ ਇਹ ਵਿਸ਼ਵਾਸ ਹੋਏਗਾ ਕਿ ਮੈਂ ਬੁੱਢਾ ਨਹੀਂ ਹੋ ਰਿਹਾ ਬਲਕਿ ਜਵਾਨ ਹੋ ਰਿਹਾ। ਆਕਰਸ਼ਣ ਦੇ ਨਿਯਮ ਦਾ ਪ੍ਰਯੋਗ ਕਰਕੇ ਅਸੀਂ ਜਿਵੇਂ ਚਾਹੀਏ ਬਣ ਸਕਦੇ ਹਾਂ। ਮਾਈਕਲ ਬਰਨਾਰਡ ਬੇਕਫਿਥ ਅਨੁਸਾਰ, ਤੁਸੀਂ ਆਪਣੇ ਆਪ ਨੂੰ ਗਲਤ ਖਾਨਦਾਨੀ ਵਿਰਾਸਤ, ਸੱਭਿਆਚਾਰਕ ਪਰੰਪਰਾਵਾਂ, ਸਮਾਜਿਕ ਧਾਰਨਾਵਾਂ ਤੋਂ ਮੁਕਤ ਕਰ ਸਕਦੇ ਹੋ ਤੇ ਸਥਿਤ ਸਾਬਤ ਕਰ ਸਕਦੇ ਹੋ ਕਿ ਤੁਹਾਡੀ ਆਂਤਰਿਕ ਸ਼ਕਤੀ ਸੰਸਾਰ ਦੀ ਸ਼ਕਤੀ ਤੋਂ ਜ਼ਿਆਦਾ ਵੱਡੀ ਹੈ। ਡਾਕਟਰ ਫਰੇਡ ਏਲਨ ਵੁਲਫ ਅਨੁਸਾਰ, ਹੋ ਸਕਦਾ ਤੁਸੀਂ ਸੋਚ ਰਹੇ ਹੋਵੋ ਇਹ ਬਹੁਤ ਚੰਗਾ ਲੱਗਦਾ ਹੈ ਲੇਕਿਨ ਮੈਂ ਇਹ ਨਹੀਂ ਕਰ ਸਕਦਾ, ਜਾਂ ਮੇਰੀ ਪਤਨੀ ਮੈਨੂੰ ਇੰਜ ਨਹੀਂ ਕਰਨ ਦੇਗੀ, ਜਾਂ ਮੇਰਾ ਪਤੀ ਮੈਨੂੰ ਇਸ ਤਰ੍ਹਾਂ ਕਰਨ ਨਹੀਂ ਦੇਗਾ, ਜਾਂ ਇਹ ਕਰਨ ਲਈ ਮੇਰੇ ਕੋਲ ਕਾਫੀ ਪੈਸੇ ਨਹੀਂ ਹੈ, ਜਾਂ ਮੈਂ ਇਹ ਕਰਨ ਲਈ ਕਾਫੀ ਸ਼ਕਤੀਸ਼ਾਲੀ ਨਹੀਂ ਹਾਂ, ਜਾਂ ਮੈਂ ਇਹਨੂੰ ਕਰਨ ਲਈ ਬਹੁਤਾ ਅਮੀਰ ਨਹੀਂ ਹਾਂ, ਜਾਂ ਮੈਂ ਨਹੀਂ ਹਾਂ, ਮੈਂ ਨਹੀਂ ਹਾਂ, ਮੈਂ ਨਹੀਂ ਹਾਂ। ਮੈਂ ਨਹੀਂ ਹਾਂ ਦਾ ਹਰ ਵਾਕ ਇੱਕ ਰਚਨਾ ਹੈ। ਮੈਂ ਨਹੀਂ ਹਾਂ ਕਹਿਣ ਬਾਰੇ ਸੁਚੇਤ ਰਹਿਣਾ ਚੰਗੀ ਗੱਲ ਹੈ। ਧਿਆਨ ਰਹੇ, ਤੁਸੀਂ ਜੋ ਕੁਝ ਵੀ ਕਹਿੰਦੇ ਹੋ ਉਹਦਾ ਨਿਰਮਾਣ ਕਰ ਰਹੇ ਹੋ। ਮੈਂ ਹਾਂ ਸ਼ਬਦ ਦੀ ਸ਼ਕਤੀ ਬਾਰੇ ਡਾਕਟਰ ਵੁਲਫ ਨੇ ਜਿਹੜੀ ਪ੍ਰਬਲ ਸਲਾਹ ਦਿੱਤੀ ਹੈ ਉਹ ਸਾਰੇ ਮਹਾਨ ਉਪਦੇਸ਼ਕਾਂ ਨੇ ਦਿੱਤੀ ਹੈ। ਜਦੋਂ ਤੁਸੀਂ ਕਹਿੰਦੇ ਹੋ ਮੈਂ ਹਾਂ ਤਾਂ ਉਹਦੇ ਵਿਚਕਾਰਲੇ ਸ਼ਬਦ ਪੂਰੀ ਸ਼ਕਤੀ ਤੇ ਉਸ ਸਿਰਜਣਾ ਨੂੰ ਬੁਲਾਵਾ ਦੇ ਰਹੇ ਹੁੰਦੇ ਆ, ਕਿਉਂਕਿ ਤੁਸੀਂ ਬਤੌਰ ਸੱਚਾਈ ਇਹਦਾ ਐਲਾਨ ਕਰ ਰਹੇ ਹੁੰਦੇ ਹੋ। ਤੁਸੀਂ ਇਸ ਨੂੰ ਨਿਸ਼ਚਿਤਤਾ ਨਾਲ ਵਿਅਕਤ ਕਰ ਰਹੇ ਹੋ। ਇਸ ਲਈ ਜਦੋਂ ਤੁਸੀਂ ਕਹਿੰਦੇ ਹੋ ਮੈਂ ਥੱਕਿਆ ਹੋਇਆ, ਜਾਂ ਮੈਂ ਕੜਕਾਂ, ਜਾਂ ਮੈਂ ਬਿਮਾਰ ਹਾਂ, ਜਾਂ ਮੈਂ ਦੇਰ ਨਾਲ ਪਹੁੰਚ ਰਿਹਾ, ਜਾਂ ਮੈਂ ਮੋਟਾ, ਜਾਂ ਮੈਂ ਬੁੱਢਾ, ਤਾਂ ਜਿੰਨ ਕਹਿੰਦਾ ਤੁਹਾਡੀ ਇੱਛਾ ਹੀ ਮੇਰੇ ਲਈ ਆਦੇਸ਼ ਹਨ। ਇਹ ਜਾਣਨ ਤੋਂ ਬਾਅਦ ਕਿ ਇਹ ਚੰਗਾ ਵਿਚਾਰ ਨਹੀਂ ਹੈ ਕਿ ਦੋ ਸਭ ਤੋਂ ਸ਼ਕਤੀਸ਼ਾਲੀ ਸ਼ਬਦਾਂ ਮੈਂ ਹਾਂ ਦਾ ਇਸਤੇਮਾਲ ਤੁਸੀਂ ਆਪਣੇ ਮੁਨਾਫੇ ਲਈ ਕਰੋ, ਇਹ ਕਿਹੋ ਜਿਹਾ ਰਹੇਗਾ? ਮੈਂ ਹਰ ਚੰਗੀ ਚੀਜ਼ ਪਾ ਰਿਹਾ, ਮੈਂ ਖੁਸ਼ ਹਾਂ, ਮੈਂ ਅਮੀਰ ਹਾਂ, ਮੈਂ ਸਿਹਤਮੰਦ ਹਾਂ, ਮੈਂ ਪ੍ਰੇਮਪੂਰਨ ਹਾਂ, ਮੈਂ ਸਮੇਂ ਦਾ ਪਾਬੰਦ ਹਾਂ, ਮੈਂ ਸਦੀਵੀ ਯੁਵਕ ਹਾਂ, ਮੈਂ ਹਰ ਦਿਨ ਊਰਜਾਵਾਨ ਹਾਂ। ਆਪਣੀ ਪੁਸਤਕ ਦਾ ਮਾਸਟਰ ਕੀ ਸਿਸਟਮ ਵਿੱਚ ਚਾਰਲਸ ਹਾਨੇਲ ਦਾਅਵਾ ਕਰਦੇ ਹੈ ਕਿ ਇੱਕ ਸੰਕਲਪ ਹਰ ਚੀਜ਼ ਨੂੰ ਸ਼ਾਮਲ ਕਰਦਾ ਹੈ ਜਿਹਨੂੰ ਕੋਈ ਇਨਸਾਨ ਚਾਹ ਸਕਦਾ ਹੈ। ਉਹਨਾਂ ਦਾ ਦਾਅਵਾ ਹੈ ਕਿ ਇਹ ਸੰਕਲਪ ਸਾਰੀਆਂ ਚੀਜ਼ਾਂ ਲਈ ਅਨੁਕੂਲ ਹਾਲਾਤ ਉਤਪੰਨ ਕਰ ਦੇਗਾ। ਉਹ ਅੱਗੇ ਕਹਿੰਦਾ ਇਹਦਾ ਕਾਰਨ ਇਹ ਹੈ ਕਿ ਸੰਕਲਪ ਸੱਚ ਦੇ ਅਨੁਰੂਪ ਹੈ ਤੇ ਜਦੋਂ ਸੱਚ ਪ੍ਰਗਟ ਹੁੰਦਾ ਹੈ ਤੇ ਹਰ ਤਰ੍ਹਾਂ ਦੀ ਗਲਤੀ ਜਾਂ ਮਤਭੇਦ ਗਾਇਬ ਹੋ ਜਾਂਦੇ ਹੈ। ਇਹ ਸੰਕਲਪ ਹੈ ਮੈਂ ਸਮੁੱਚਾ, ਉੱਤਮ, ਸ਼ਕਤੀਸ਼ਾਲੀ, ਉਤਸ਼ਾਹਪੂਰਨ, ਪ੍ਰੇਮਮਈ, ਮਿਲਾਪੜੇ ਤੇ ਖੁਸ਼ ਹਾਂ।
ਜੇ ਤੁਹਾਨੂੰ ਆਪਣੀ ਮਨਚਾਹੀ ਚੀਜ਼ ਅਦ੍ਰਿਸ਼ ਤੋਂ ਖਿੱਚ ਕੇ ਦ੍ਰਿਸ਼ 'ਚ ਲਿਆਉਣ ਦਾ ਇਹ ਤਰੀਕਾ ਮਿਹਨਤ ਭਰਿਆ ਲੱਗਦਾ ਹੋਵੇ ਤਾਂ ਇਸ ਸ਼ਾਰਟਕਟ ਨੂੰ ਅਜ਼ਮਾਓ। ਤੁਸੀਂ ਜੋ ਚਾਹੁੰਦੇ ਹੋ ਉਹਨੂੰ ਬਤੌਰ ਪੂਰਨ ਸੱਚਾਈ ਦੇਖੋ। ਇਸ ਨਾਲ ਤੁਸੀਂ ਜੋ ਚਾਹੁੰਦੇ ਹੋ ਪ੍ਰਕਾਸ਼ ਦੀ ਗਤੀ ਨਾਲ ਪ੍ਰਗਟ ਹੋ ਜਾਏਗਾ। ਜਿਸ ਪਲ ਤੁਸੀਂ ਮੰਗਦੇ ਹੋ ਉਸ ਪਲ 'ਚ ਵਿਸ਼ਵ ਵਿਆਪੀ ਰੂਹਾਨੀ ਖੇਤਰ 'ਚ ਸੱਤ ਹੁੰਦਾ ਹੈ ਤੇ ਉਹ ਖੇਤਰ ਮੌਜੂਦ ਹੁੰਦਾ ਹੈ। ਜਦੋਂ ਤੁਸੀਂ ਆਪਣੇ ਮਸਤਕ 'ਚ ਕਿਸੇ ਚੀਜ਼ ਦੀ ਕਲਪਨਾ ਕਰਦੇ ਹੋ, ਵਿਸ਼ਵਾਸ ਰੱਖੋ ਇਹ ਸੱਚਾਈ ਹੈ ਤੇ ਇਹਦੇ ਪ੍ਰਗਟੀਕਰਨ ਬਾਰੇ ਕੋਈ ਸਵਾਲ ਨਹੀਂ ਹੋ ਸਕਦਾ। ਇਹ ਨਿਯਮ ਤੁਹਾਡੇ ਲਈ ਕੀ ਕਰ ਸਕਦਾ ਹੈ, ਇਹਦੀ ਕੋਈ ਸੀਮਾ ਨਹੀਂ ਹੈ। ਆਪਣੇ ਆਦਰਸ਼ ਸਰੂਪ 'ਚ ਯਕੀਨ ਕਰਨ ਦੀ ਹਿੰਮਤ ਕਰੋ। ਉਸ ਆਦਰਸ਼ ਸਰੂਪ ਬਾਰੇ ਇਸ ਤਰ੍ਹਾਂ ਸੋਚੋ ਜਿਵੇਂ ਇਹ ਸੱਚ ਹੋ ਚੁੱਕਿਆ ਹੈ। ਚਾਰਲਸ ਹਾਨੇਲ ਅਨੁਸਾਰ ਜਦੋਂ ਹੈਨਰੀ ਫੋਰਡ ਦੁਨੀਆ 'ਚ ਆਪਣੀ ਕਾਰ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਸੀ ਤਾਂ ਉਹਨਾਂ ਦੇ ਆਲੇ ਦੁਆਲੇ ਦੇ ਲੋਕਾਂ ਨੇ ਉਹਨਾਂ ਦਾ ਮਜ਼ਾਕ ਉਡਾਇਆ, ਉਹਨਾਂ ਨੂੰ ਪਾਗਲ ਸਮਝਿਆ ਕਿਉਂਕਿ ਉਹਨਾਂ ਦੀ ਨਿਗਾਹ 'ਚ ਉਹ ਇੰਨੇ ਅਜੀਬ ਸੁਪਨੇ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹੈਨਰੀ ਫੋਰਡ ਮਜ਼ਾਕ ਉਡਾਉਣ ਵਾਲੇ ਲੋਕਾਂ ਤੋਂ ਜ਼ਿਆਦਾ ਸਿਆਣੇ ਸਨ। ਉਹ ਰਹੱਸ ਤੇ ਬ੍ਰਹਿਮੰਡ ਦਾ ਨਿਯਮ ਜਾਣਦੇ ਸੀ। ਜੇ ਤੁਸੀਂ ਸੋਚ ਲਓ ਕਿ ਤੁਸੀਂ ਕਰ ਸਕਦੇ ਹੋ ਜਾਂ ਇਹ ਸੋਚ ਲਓ ਕਿ ਤੁਸੀਂ ਨਹੀਂ ਕਰ ਸਕਦੇ ਤਾਂ ਦੋਵੇਂ ਮਾਮਲਿਆਂ 'ਚ ਤੁਸੀਂ ਸਹੀ ਹੋ। ਵਾਓ! ਕੀ ਤੁਸੀਂ ਸੋਚਦੇ ਹੋ ਤੁਸੀਂ ਕੀ ਕਰ ਸਕਦੇ ਹੋ? ਇਸ ਗਿਆਨ ਨਾਲ ਤੁਸੀਂ ਜੋ ਵੀ ਚਾਹੋ ਉਹ ਹਾਸਲ ਕਰ ਸਕਦੇ ਹੋ। ਇਸ ਗਿਆਨ ਨਾਲ ਤੁਸੀਂ ਜੋ ਚਾਹੋ ਉਹ ਕੰਮ ਕਰ ਸਕਦੇ ਹੋ। ਹੋ ਸਕਦਾ ਹੈ ਅਤੀਤ 'ਚ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋਵੇ ਕਿ ਤੁਸੀਂ ਕਿੰਨੇ ਪ੍ਰਤਿਭਾਸ਼ਾਲੀ ਹੋ। ਦੇਖੋ, ਤੁਸੀਂ ਜਾਣ ਚੁੱਕੇ ਹੋ ਕਿ ਤੁਸੀਂ ਪਰਮ ਮਸਤਕ ਦੇ ਅੰਸ਼ ਹੋ ਤੇ ਤੁਸੀਂ ਉਸ ਪਰਮ ਮਸਤਕ ਤੋਂ ਜੋ ਚਾਹੋ ਬਾਹਰ ਕੱਢ ਸਕਦੇ ਹੋ। ਕੋਈ ਵੀ ਕਾਢ, ਕੋਈ ਵੀ ਪ੍ਰੇਰਨਾ, ਕੋਈ ਵੀ ਜਵਾਬ, ਕੋਈ ਵੀ ਚੀਜ਼ ਤੁਸੀਂ ਜੋ ਚਾਹੋ ਕਰ ਸਕਦੇ ਹੋ। ਤੁਸੀਂ ਜੀਨੀਅਸ ਹੋ। ਇਸ ਲਈ ਆਪਣੇ ਆਪ ਨੂੰ ਇਹ ਦੱਸਣਾ ਸ਼ੁਰੂ ਕਰੋ ਤੁਸੀਂ ਸੱਚਮੁੱਚ ਜੋ ਹੋ ਉਹਦੇ ਪ੍ਰਤੀ ਸੁਚੇਤ ਰਹੋ। ਮਾਈਕਲ ਬਰਨਾਰਡ ਬੇਕਵੇਤ ਅਨੁਸਾਰ ਕੀ ਇਹਦੀ ਕੋਈ ਸੀਮਾ ਹੈ? ਬਿਲਕੁਲ ਨਹੀਂ। ਅਸੀਂ ਅਸੀਮਤ ਜੀਵ ਹਾਂ। ਸਾਡੇ ਉੱਤੇ ਕੋਈ ਛੱਤ ਨਹੀਂ ਹੈ। ਇਸ ਧਰਤੀ ਤੇ ਹਰ ਵਿਅਕਤੀ ਦੀ ਅੰਦਰਲੀ ਸਮਰੱਥਾ, ਯੋਗਤਾਵਾਂ, ਕਾਬਲੀਅਤ ਤੇ ਸ਼ਕਤੀਆਂ ਅਸੀਮਤ ਹਨ। ਆਪਣੇ ਵਿਚਾਰਾਂ ਬਾਰੇ ਸੁਚੇਤ ਬਣੋ। ਤੁਹਾਡੀ ਸਾਰੀ ਸ਼ਕਤੀ ਉਸ ਸ਼ਕਤੀ ਬਾਰੇ ਵਾਕਫ ਰਹਿਣ ਤੇ ਉਸ ਸ਼ਕਤੀ ਨੂੰ ਆਪਣੀ ਚੇਤਨਾ 'ਚ ਰੱਖਣ ਵਿੱਚ ਹੈ। ਤੁਹਾਡਾ ਮਸਤਕ ਸਟੀਮ ਟ੍ਰੇਨ ਵਰਗਾ ਬਣ ਸਕਦਾ ਹੈ ਬਸ਼ਰਤੇ ਤੁਸੀਂ ਉਹਨੂੰ ਬਣਨ ਦਿਓ। ਇਹ ਤੁਹਾਨੂੰ ਅਤੀਤ ਦੇ ਵਿਚਾਰਾਂ ਤੋਂ ਦੂਰ ਲਿਜਾ ਸਕਦਾ ਹੈ। ਫਿਰ ਇਹ ਅਤੀਤ ਦੀਆਂ ਮਾੜੀਆਂ ਘਟਨਾਵਾਂ ਨੂੰ ਭਵਿੱਖ 'ਚ ਪ੍ਰੋਜੈਕਟ ਕਰ ਤੁਹਾਨੂੰ ਭਵਿੱਖ ਦੇ ਵਿਚਾਰਾਂ ਵੱਲ ਲੈ ਜਾਂਦਾ ਹੈ। ਇਹ ਬੇਕਾਬੂ ਵਿਚਾਰ ਵੀ ਨਿਰਮਾਣ ਕਰ ਰਹੇ ਹਨ। ਜਦੋਂ ਤੁਸੀਂ ਵਾਕਫ ਬਣ ਜਾਂਦੇ ਹੋ, ਤੁਸੀਂ ਵਰਤਮਾਨ 'ਚ ਰਹਿੰਦੇ ਹੋ, ਜਾਣਦੇ ਹੋ ਕਿ ਤੁਸੀਂ ਕੀ ਸੋਚ ਰਹੇ ਹੋ, ਤੁਸੀਂ ਆਪਣੇ ਵਿਚਾਰਾਂ 'ਤੇ ਕੰਟਰੋਲ ਹਾਸਲ ਕਰ ਲਿਆ। ਇੱਥੇ ਹੀ ਤੁਹਾਡੀ ਸਾਰੀ ਸ਼ਕਤੀ ਹੈ। ਤੁਸੀਂ ਕਿਸ ਤਰ੍ਹਾਂ ਜ਼ਿਆਦਾ ਜਾਗਰੂਕ ਬਣਦੇ ਹੋ? ਇਹ ਤਰੀਕਾ ਇਹ ਹੈ ਕਿ ਤੁਸੀਂ ਠਹਿਰ ਕੇ ਆਪਣੇ ਆਪ ਨੂੰ ਪੁੱਛੋ, ਮੈਂ ਇਸ ਵੇਲੇ ਕੀ ਸੋਚ ਰਿਹਾ? ਮੈਂ ਇਸ ਸਮੇਂ ਕੀ ਮਹਿਸੂਸ ਕਰ ਰਿਹਾ? ਜਿਸ ਪਲ ਤੁਸੀਂ ਆਪਣੇ ਆਪ ਨੂੰ ਇਹ ਪੁੱਛਦੇ ਹੋ ਤੁਸੀਂ ਜਾਗਰੂਕ ਹੋ ਕਿਉਂਕਿ ਤੁਸੀਂ ਆਪਣੇ ਮਸਤਕ ਨੂੰ ਵਰਤਮਾਨ ਪਲ ਤੇ ਲੈ ਆਏ ਹੋ। ਇਸ ਬਾਰੇ ਸੋਚਣ ਵੇਲੇ ਆਪਣੇ ਆਪ ਨੂੰ ਵਰਤਮਾਨ ਦੀ ਜਾਗਰੂਕਤਾ ਤੋਂ ਤੇ ਮੁੜ ਲਿਆਓ। ਇਹਨੂੰ ਹਰ ਦਿਨ ਸੈਂਕੜੇ ਵਾਰੀ ਕਰੋ। ਯਾਦ ਰੱਖੋ, ਸ਼ਕਤੀ ਦੀ ਜਾਗਰੂਕਤਾ 'ਚ ਹੀ ਤੁਹਾਡੀ ਸਾਰੀ ਸ਼ਕਤੀ ਹੈ। ਮਾਈਕਲ ਬਰਨਾਰਡ ਬੇਕਵੇਤ ਇਸ ਸ਼ਕਤੀ ਦੀ ਜਾਗਰੂਕਤਾ ਨੂੰ ਸੰਖੇਪ 'ਚ ਇਸ ਤਰ੍ਹਾਂ ਕਹਿੰਦੇ ਹੈ, ਯਾਦ ਰੱਖਣ ਨੂੰ ਯਾਦ ਰੱਖੋ। ਇਹ ਵਾਕ ਮੇਰੇ ਜੀਵਨ ਦਾ ਥੀਮ ਗਾਣਾ ਬਣ ਗਿਆ ਹੈ। ਯਾਦ ਰੱਖਣ ਨੂੰ ਯਾਦ ਰੱਖੋ। ਮੈਂ ਯਾਦ ਰੱਖਣ ਨੂੰ ਯਾਦ ਰੱਖਾਂ। ਇਸ ਦਿਸ਼ਾ 'ਚ ਜ਼ਿਆਦਾ ਜਾਗਰੂਕ ਬਣਨ ਲਈ ਮੈਂ ਬ੍ਰਹਿਮੰਡ ਤੋਂ ਕਹਿੰਦੀ ਹਾਂ ਕਿ ਜਦੋਂ ਵੀ ਮੇਰਾ ਦਿਮਾਗ ਮੈਨੂੰ ਨੁਕਸਾਨ ਪਹੁੰਚਾ ਰਿਹਾ ਹੋਵੇ ਤਾਂ ਇਹ ਮੈਨੂੰ ਹਲਕਾ ਝਟਕਾ ਦੇ ਕੇ ਵਰਤਮਾਨ 'ਚ ਲੈ ਆਏ। ਇਹ ਹਲਕਾ ਝਟਕਾ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮੈਂ ਧੱਕੀ ਜਾਂਦੀ ਹਾਂ ਜਾਂ ਕੋਈ ਚੀਜ਼ ਹੱਥੋਂ ਛੁੱਟ ਜਾਂਦੀ ਹੈ ਜਾਂ ਆਸ-ਪਾਸ ਤੇਜ਼ ਰੌਲਾ ਹੁੰਦਾ ਹੈ ਜਾਂ ਕੋਈ ਸਾਇਰਨ ਜਾਂ ਅਲਾਰਮ ਵੱਜਦਾ ਹੈ। ਇਹ ਸਾਰੀਆਂ ਚੀਜ਼ਾਂ ਮੈਨੂੰ ਇਸ਼ਾਰਾ ਕਰ ਦਿੰਦੀਆਂ ਕਿ ਮੇਰਾ ਮਸਤਕ ਮੇਰੇ 'ਤੇ ਹਾਵੀ ਹੋ ਚੁੱਕਿਆ ਹੈ। ਮੈਂ ਫੌਰਨ ਵਰਤਮਾਨ 'ਚ ਮੁੜ ਆਉਂਦੀ ਹਾਂ। ਜਦੋਂ ਮੈਨੂੰ ਇਹ ਸੰਕੇਤ ਮਿਲਦੇ ਆ ਤਾਂ ਮੈਂ ਇੱਕਦਮ ਰੁਕ ਕੇ ਆਪਣੇ ਆਪ ਨੂੰ ਪੁੱਛਦੀ ਹਾਂ, ਮੈਂ ਕੀ ਸੋਚ ਰਹੀ ਹਾਂ? ਮੈਂ ਕੀ ਮਹਿਸੂਸ ਕਰ ਰਹੀ ਹਾਂ? ਕੀ ਮੈਂ ਜਾਗਰੂਕ ਹਾਂ? ਤੇ ਜ਼ਾਹਿਰ ਹੈ ਜਿਸ ਪਲ ਮੈਂ ਇਸ ਤਰ੍ਹਾਂ ਕਰਦੀ ਹਾਂ ਮੈਂ ਜਾਗਰੂਕ ਬਣ ਜਾਂਦੀ ਹਾਂ। ਜਿਸ ਪਲ ਤੁਸੀਂ ਆਪਣੇ ਆਪ ਨੂੰ ਪੁੱਛਦੇ ਹੋ ਕਿ ਤੁਸੀਂ ਜਾਗਰੂਕ ਹੋ, ਤੁਸੀਂ ਉੱਥੇ ਪੁੱਜ ਜਾਂਦੇ ਹੋ, ਤੁਸੀਂ ਜਾਣੂ ਜਾਂ ਵਾਕਫ ਬਣ ਜਾਂਦੇ ਹੋ। ਚਾਰਲਸ ਹਾਨੇਲ ਅਨੁਸਾਰ ਸ਼ਕਤੀ ਦਾ ਅਸਲੀ ਰਹੱਸ ਸ਼ਕਤੀ ਦੀ ਚੇਤਨਾ ਹੈ।
ਜਦੋਂ ਤੁਸੀਂ ਰਹੱਸ ਦੀ ਸ਼ਕਤੀ ਪ੍ਰਤੀ ਜਾਗਰੂਕ ਬਣਦੇ ਹੋ ਤੇ ਇਹਦਾ ਪ੍ਰਯੋਗ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਆਕਰਸ਼ਣ ਦੇ ਨਿਯਮ ਦੀ ਜ਼ਿਆਦਾ ਡੂੰਘੀ ਸਮਝ ਹੋਣ ਤੋਂ ਬਾਅਦ ਤੁਸੀਂ ਸਵਾਲ ਪੁੱਛਣ ਦੀ ਆਦਤ ਪਾ ਸਕਦੇ ਹੋ ਤੇ ਇੰਜ ਕਰਨ ਤੇ ਤੁਹਾਨੂੰ ਆਪਣੇ ਹਰ ਸਵਾਲ ਦਾ ਜਵਾਬ ਮਿਲ ਜਾਏਗਾ। ਤੁਸੀਂ ਇਸ ਪੁਸਤਕ ਦਾ ਪ੍ਰਯੋਗ ਇਸੇ ਉਦੇਸ਼ ਨਾਲ ਕਰ ਸਕਦੇ ਹੋ। ਜੇ ਤੁਸੀਂ ਜ਼ਿੰਦਗੀ ਦੀ ਕਿਸੇ ਚੀਜ਼ ਲਈ ਜਵਾਬ ਜਾਂ ਮਾਰਗਦਰਸ਼ਨ ਚਾਹੁੰਦੇ ਹੋ ਤਾਂ ਸਵਾਲ ਪੁੱਛੋ। ਯਕੀਨ ਕਰੋ ਤੁਹਾਨੂੰ ਜਵਾਬ ਮਿਲੇਗਾ ਤੇ ਫਿਰ ਇਸ ਪੁਸਤਕ ਨੂੰ ਕਿਤੋਂ ਵੀ ਖੋਲ੍ਹ ਲਓ। ਜਿਹੜਾ ਸਫ਼ਾ ਖੁੱਲ੍ਹੇਗਾ ਤੁਹਾਨੂੰ ਉੱਥੋਂ ਹੀ ਉਹ ਮਾਰਗਦਰਸ਼ਨ ਤੇ ਜਵਾਬ ਮਿਲ ਜਾਏਗਾ ਜਿਹਦੀ ਤੁਹਾਨੂੰ ਤਲਾਸ਼ ਹੈ। ਸੱਚਾਈ ਤਾਂ ਇਹ ਹੈ ਕਿ ਬ੍ਰਹਿਮੰਡ ਤੁਹਾਨੂੰ ਜੀਵਨ ਦੇ ਸਾਰੇ ਜਵਾਬ ਦੇ ਰਿਹਾ ਹੈ, ਲੇਕਿਨ ਤੁਸੀਂ ਜਵਾਬ ਉਦੋਂ ਤੱਕ ਨਹੀਂ ਪਾ ਸਕਦੇ ਜਦ ਤੱਕ ਤੁਸੀਂ ਜਾਗਰੂਕ ਨਾ ਬਣ ਜਾਓ। ਆਪਣੇ ਆਲੇ ਦੁਆਲੇ ਦੀ ਹਰ ਚੀਜ਼ ਬਾਰੇ ਜਾਗਰੂਕ ਬਣੋ, ਕਿਉਂਕਿ ਹਰ ਦਿਨ ਹਰ ਪਲ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਰਹੇ ਹਨ। ਇਹ ਜਵਾਬ ਜਿਹੜੇ ਰਸਤੇ ਤੋਂ ਆਉਂਦੇ ਹੈ ਉਹ ਅਸੀਮਤ ਹੈ। ਉਹ ਅਖਬਾਰ 'ਚ ਬਤੌਰ ਸੁਰਖੀਆਂ ਆ ਸਕਦੇ ਹੈ ਜਿਹੜੀਆਂ ਤੁਹਾਡਾ ਧਿਆਨ ਆਕਰਸ਼ਿਤ ਕਰਦੀਆਂ, ਜਾਂ ਤੁਸੀਂ ਇੰਝ ਹੀ ਕਿਸੇ ਦੀ ਗੱਲ ਸੁਣ ਸਕਦੇ ਹੋ, ਜਾਂ ਰੇਡੀਓ 'ਤੇ ਕੋਈ ਗਾਣਾ ਸੁਣ ਸਕਦੇ ਹੋ। ਇਹ ਵੀ ਹੋ ਸਕਦਾ ਹੈ ਇਹ ਨੇੜਿਓਂ ਗੁਜ਼ਰਦੇ ਟਰੱਕ ਦੇ ਪਿੱਛੇ ਲਿਖੀ ਇਬਾਰਤ ਹੋਵੇ, ਜਾਂ ਅਚਾਨਕ ਹੀ ਤੁਹਾਡੇ ਮਨ 'ਚ ਕੋਈ ਪ੍ਰੇਰਨਾ ਲਿਸ਼ਕਾਰਾ ਮਰੇ। ਯਾਦ ਰੱਖਣ ਨੂੰ ਯਾਦ ਰੱਖੋ ਤੇ ਵਾਕਫ ਬਣੋ। ਮੈਂ ਆਪਣੇ ਤੇ ਦੂਜਿਆਂ ਦੇ ਜੀਵਨ 'ਚ ਪਾਇਆ ਹੈ ਕਿ ਅਸੀਂ ਆਪਣੇ ਬਾਰੇ ਪੂਰੀ ਤਰ੍ਹਾਂ ਨਾਲ ਚੰਗਾ ਨਹੀਂ ਸੋਚਦੇ ਜਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਪ੍ਰੇਮ ਨਹੀਂ ਕਰਦੇ। ਜਦੋਂ ਅਸੀਂ ਆਪਣੇ ਆਪ ਨੂੰ ਪ੍ਰੇਮ ਨਹੀਂ ਕਰਦੇ ਤਾਂ ਅਸੀਂ ਦਰਅਸਲ ਆਪਣੀ ਮਨਚਾਹੀ ਚੀਜ਼ਾਂ ਨੂੰ ਆਪਣੇ ਤੋਂ ਦੂਰ ਕਰੀ ਜਾ ਰਹੇ ਹਾਂ। ਅਸੀਂ ਚਾਹੇ ਜੋ ਚਾਹੁੰਦੇ ਹਾਂ ਉਹ ਪ੍ਰੇਮ ਨਾਲ ਪ੍ਰੇਰਿਤ ਹੈ। ਉਹਨਾਂ ਚੀਜ਼ਾਂ ਪ੍ਰਤੀ ਪ੍ਰੇਮ ਦੀਆਂ ਭਾਵਨਾਵਾਂ ਮਹਿਸੂਸ ਕਰਨਾ ਹੈ। ਜਵਾਨੀ, ਧਨ, ਆਦਰਸ਼ ਵਿਅਕਤੀ, ਨੌਕਰੀ, ਸਰੀਰ ਜਾਂ ਸਿਹਤ। ਜਿਹੜੀਆਂ ਚੀਜ਼ਾਂ ਨਾਲ ਅਸੀਂ ਪ੍ਰੇਮ ਕਰਦੇ ਹਾਂ ਉਹਨਾਂ ਨੂੰ ਆਕਰਸ਼ਿਤ ਕਰਨ ਲਈ ਸਾਨੂੰ ਪ੍ਰੇਮ ਭੇਜਣਾ ਪਏਗਾ। ਉਹ ਚੀਜ਼ਾਂ ਤੁਰੰਤ ਪ੍ਰਗਟ ਹੋ ਜਾਣਗੀਆਂ। ਕੈਚ ਜਾਂ ਪਕੜ ਇਹ ਹੈ ਕਿ ਪ੍ਰੇਮ ਦੀ ਉੱਚਤਮ ਫ੍ਰੀਕੁਐਂਸੀ ਭੇਜਣ ਲਈ ਤੁਹਾਨੂੰ ਆਪਣੇ ਆਪ ਨਾਲ ਪ੍ਰੇਮ ਕਰਨਾ ਪਏਗਾ। ਇਹ ਕਈ ਲੋਕਾਂ ਲਈ ਮੁਸ਼ਕਿਲ ਹੋ ਸਕਦਾ ਹੈ। ਜੇ ਤੁਸੀਂ ਬਾਹਰ ਧਿਆਨ ਕੇਂਦਰਿਤ ਕਰਦੇ ਹੋ ਤੇ ਦੇਖਣ ਵਾਲੀਆਂ ਚੀਜ਼ਾਂ ਤੋਂ ਘਬਰਾ ਜਾਂਦੇ ਹੋ ਤਾਂ ਇੰਜ ਇਸ ਲਈ ਹੈ ਕਿਉਂਕਿ ਤੁਸੀਂ ਆਪਣੇ ਬਾਰੇ ਇਸ ਵੇਲੇ ਜੋ ਦੇਖਦੇ ਤੇ ਮਹਿਸੂਸ ਕਰਦੇ ਹੋ ਉਹ ਤੁਹਾਡੇ ਅਤੀਤ ਦੇ ਵਿਚਾਰਾਂ ਦਾ ਨਤੀਜਾ ਹੈ। ਜੇ ਤੁਸੀਂ ਆਪਣੇ ਆਪ ਨੂੰ ਪ੍ਰੇਮ ਨਹੀਂ ਕਰਦੇ ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਤੁਹਾਡਾ ਵਰਤਮਾਨ ਸਰੂਪ ਤਰੁੱਟੀਪੂਰਨ ਹੋਏਗਾ। ਆਪਣੇ ਆਪ ਨੂੰ ਪੂਰੀ ਤਰ੍ਹਾਂ ਪ੍ਰੇਮ ਕਰਨ ਲਈ ਤੁਹਾਨੂੰ ਆਪਣੇ ਨਵੇਂ ਪਹਿਲੂਆਂ 'ਤੇ ਧਿਆਨ ਕੇਂਦਰਿਤ ਕਰਨਾ ਪਏਗਾ। ਤੁਹਾਨੂੰ ਆਪਣੇ ਅੰਦਰਲੀ ਹਾਜ਼ਰੀ ਪ੍ਰੈਜ਼ੈਂਸ 'ਤੇ ਧਿਆਨ ਕੇਂਦਰਿਤ ਕਰਨਾ ਹੋਏਗਾ। ਇੱਕ ਪਲ ਲਈ ਸਥਿਰ ਬੈਠ ਜਾਓ। ਆਪਣੇ ਅੰਦਰਲੇ ਜੀਵਨ ਦੀ ਹਾਜ਼ਰੀ ਮਹਿਸੂਸ ਕਰਨ 'ਤੇ ਧਿਆਨ ਕੇਂਦਰਿਤ ਕਰੋ। ਜਦੋਂ ਤੁਸੀਂ ਅੰਦਰਲੀ ਹਾਜ਼ਰੀ ਉੱਤੇ ਧਿਆਨ ਕੇਂਦਰਿਤ ਕਰਦੇ ਹੋ ਤਾਂ ਇਹ ਤੁਹਾਡੇ ਸਾਹਮਣੇ ਪ੍ਰਗਟ ਹੋਣ ਲੱਗੇਗੀ। ਇੱਕ ਖਾਲਸ ਪ੍ਰੇਮ ਤੇ ਆਨੰਦ ਦੀ ਭਾਵਨਾ ਹੈ ਤੇ ਇਹ ਆਦਰਸ਼ ਹੈ। ਇਹ ਹਾਜ਼ਰੀ ਤੁਹਾਡਾ ਆਦਰਸ਼ ਸਰੂਪ ਹੈ। ਇਹ ਹਾਜ਼ਰੀ ਤੁਹਾਡਾ ਅਸਲ ਸਰੂਪ ਹੈ। ਜਦੋਂ ਤੁਸੀਂ ਉਸ ਹਾਜ਼ਰੀ ਤੇ ਧਿਆਨ ਕੇਂਦਰਿਤ ਕਰਦੇ ਹੋ, ਉਹਨੂੰ ਮਹਿਸੂਸ ਕਰਦੇ ਹੋ, ਪ੍ਰੇਮ ਕਰਦੇ ਹੋ, ਸ਼ਲਾਘਾ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਪ੍ਰੇਮ ਕਰਨ ਲੱਗੋਗੇ, ਸ਼ਾਇਦ ਜ਼ਿੰਦਗੀ 'ਚ ਪਹਿਲੀ ਵਾਰ। ਜਦੋਂ ਵੀ ਤੁਸੀਂ ਆਪਣੇ ਆਪ ਨੂੰ ਨੁਕਸਦਰਸ਼ੀ ਅੱਖਾਂ ਨਾਲ ਦੇਖੋ, ਤੁਰੰਤ ਆਪਣਾ ਧਿਆਨ ਅੰਦਰਲੀ ਹਾਜ਼ਰੀ ਤੇ ਇਸ ਰਾਹੀਂ ਪ੍ਰਗਟ ਹੋਣ ਵਾਲੀ ਆਪਣੇ ਆਦਰਸ਼ ਸਰੂਪ ਵੱਲ ਮੋੜ ਲਓ। ਇੰਜ ਕਰਨ ਤੇ ਤੁਹਾਡੇ ਜੀਵਨ 'ਚ ਪ੍ਰਗਟ ਹੋਈਆਂ ਸਾਰੀਆਂ ਕਮੀਆਂ ਦੂਰ ਹੋ ਜਾਣਗੀਆਂ। ਇਸ ਹਾਜ਼ਰੀ ਦੀ ਰੌਸ਼ਨੀ 'ਚ ਕਮੀਆਂ ਦਾ ਵਜੂਦ ਨਹੀਂ ਰਹਿ ਸਕਦਾ। ਭਾਵੇਂ ਤੁਸੀਂ ਅੱਖਾਂ ਦੀ ਆਦਰਸ਼ ਜੋਤੀ ਹਾਸਲ ਕਰਨਾ ਚਾਹੋ, ਬਿਮਾਰੀ ਖਤਮ ਕਰਕੇ ਸਿਹਤ ਪਾਉਣਾ ਚਾਹੋ, ਗਰੀਬੀ ਨੂੰ ਅਮੀਰੀ 'ਚ ਬਦਲਣਾ ਚਾਹੋ, ਬੁਢਾਪੇ ਦੀ ਪ੍ਰਕਿਰਿਆ ਨੂੰ ਪਰਤਣਾ ਚਾਹੋ ਜਾਂ ਕਿਸੇ ਨਕਾਰਾਤਮਕ ਚੀਜ਼ ਨੂੰ ਮੂਲੋਂ ਨਸ਼ਟ ਕਰਨਾ ਚਾਹੋ, ਆਪਣੀ ਅੰਦਰਲੀ ਹਾਜ਼ਰੀ 'ਤੇ ਧਿਆਨ ਕੇਂਦਰਿਤ ਕਰੋ ਤੇ ਉਸ ਨਾਲ ਪ੍ਰੇਮ ਕਰੋ। ਆਦਰਸ਼ ਸਰੂਪ ਆਪਣੇ ਆਪ ਪ੍ਰਗਟ ਹੋ ਜਾਏਗਾ। ਅਸਲੀ ਸੱਚਾਈ ਇਹ ਹੈ ਕਿ ਮੈਂ ਉੱਤਮ ਤੇ ਪੂਰਨ ਹਾਂ। ਅਸਲ 'ਚ ਮੈਂ ਰੂਹਾਨੀ ਹੈ ਤੇ ਇਸ ਲਈ ਇਹ ਉੱਤਮ ਤੋਂ ਘੱਟ ਨਹੀਂ ਹੋ ਸਕਦੀ। ਇਸ 'ਚ ਕੋਈ ਕਮੀ, ਸੀਮਾ ਜਾਂ ਬਿਮਾਰੀ ਨਹੀਂ ਹੋ ਸਕਦੀ। ਚਾਰਲਸ ਹਾਨੇਲ। ਇਸ ਲੇਖ ਦਾ ਸੰਖੇਪ। ਪਹਿਲਾ ਪੁਆਇੰਟ, ਹਰ ਚੀਜ਼ ਊਰਜਾ ਹੈ। ਤੁਸੀਂ ਊਰਜਾ ਦੇ ਚੁੰਬਕ ਹੋ, ਇਸ ਲਈ ਤੁਸੀਂ ਬਿਜਲੀ ਦੁਆਰਾ ਹਰ ਚੀਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹੋ। ਤੁਸੀਂ ਆਪਣੇ ਆਪ ਨੂੰ ਬਿਜਲੀ ਨਾਲ ਚਾਰਜ ਕਰਕੇ ਹਰ ਮਨ ਚਾਹੀ ਚੀਜ਼ ਪਾਉਂਦੇ ਹੋ। ਦੂਸਰਾ, ਤੁਸੀਂ ਅਧਿਆਤਮਕ ਜੀਵ ਹੋ।
ਤੁਸੀਂ ਊਰਜਾ ਹੋ ਤੇ ਊਰਜਾ ਨੂੰ ਕਦੇ ਉਤਪੰਨ ਜਾਂ ਨਸ਼ਟ ਨਹੀਂ ਕੀਤਾ ਜਾ ਸਕਦਾ। ਇਹ ਬਸ ਆਕਾਰ ਬਦਲਦੀ ਹੈ। ਇਸ ਲਈ ਤੁਹਾਡਾ ਸੱਚਾ ਸਰੂਪ ਹਮੇਸ਼ਾ ਰਿਹਾ ਹੈ ਤੇ ਹਮੇਸ਼ਾ ਰਹੇਗਾ। ਤੀਸਰਾ, ਬ੍ਰਹਿਮੰਡ ਵਿਚਾਰ ਤੋਂ ਪ੍ਰਗਟ ਹੁੰਦਾ ਹੈ। ਅਸੀਂ ਨਾ ਸਿਰਫ ਆਪਣੀ ਤਕਦੀਰ ਦੇ ਬਲਕਿ ਬ੍ਰਹਿਮੰਡ ਦੇ ਵੀ ਨਿਰਮਾਤਾ ਹਾਂ। ਚੌਥਾ, ਵਿਚਾਰਾਂ ਦੀ ਅਸੀਮਤ ਪੂਰਤੀ ਤੁਹਾਡੇ ਲਈ ਮੌਜੂਦ ਹੈ। ਸਮੁੱਚਾ ਗਿਆਨ, ਆਵਿਸ਼ਕਾਰ ਤੇ ਖੋਜਾਂ ਬ੍ਰਹਿਮੰਡੀ ਮਸਤਕ ਜਾਂ ਸੰਭਾਵਨਾਵਾਂ ਦੇ ਤੌਰ ਤੇ ਮੌਜੂਦ ਹੈ ਤੇ ਮਾਨਵੀ ਮਸਤਕ ਦੁਆਰਾ ਉਹਨਾਂ ਤੋਂ ਬਾਹਰ ਨਿਕਲਣ ਲਈ ਇੰਤਜ਼ਾਰ ਕਰ ਰਹੀ ਹੈ। ਹਰ ਚੀਜ਼ ਤੁਹਾਡੀ ਚੇਤਨਾ 'ਚ ਹੈ। ਪੰਜਵਾਂ, ਅਸੀਂ ਸਾਰੇ ਜੁੜੇ ਹੋਏ ਹਾਂ, ਅਸੀਂ ਸਾਰੇ ਇੱਕੋ ਹਾਂ। ਛੇਵਾਂ, ਅਤੀਤ ਦੀਆਂ ਮੁਸ਼ਕਲਾਂ, ਸੱਭਿਆਚਾਰਕ ਪਰੰਪਰਾਵਾਂ ਤੇ ਸਮਾਜਿਕ ਧਾਰਨਾਵਾਂ ਨੂੰ ਛੱਡ ਦਿਓ। ਤੁਸੀਂ ਇਕੱਲੇ ਵਿਅਕਤੀ ਹੋ ਜੋ ਉਸ ਜੀਵਨ ਦਾ ਨਿਰਮਾਣ ਕਰ ਸਕਦੇ ਹੋ ਜਿਹਦੇ ਤੁਸੀਂ ਹੱਕਦਾਰ ਹੋ। ਸੱਤਵਾਂ, ਆਪਣੀਆਂ ਇੱਛਾਵਾਂ ਨੂੰ ਪ੍ਰਗਟ ਕਰਨ ਦਾ ਸ਼ਾਰਟਕਟ ਆਪਣੀ ਮਨਚਾਹੀ ਚੀਜ਼ ਨੂੰ ਬਤੌਰ ਅਸਲ ਸੱਚਾਈ ਵੇਖਣਾ ਹੈ। ਅਖੀਰਲਾ, ਤੁਹਾਡੀ ਸ਼ਕਤੀ ਤੁਹਾਡੇ ਵਿਚਾਰਾਂ 'ਚ ਹੈ। ਇਸ ਲਈ ਜਾਗਰੂਕ ਰਹੋ। ਦੂਜੇ ਸ਼ਬਦਾਂ 'ਚ ਯਾਦ ਰੱਖਣ ਨੂੰ ਯਾਦ ਰੱਖੋ। ਧੰਨਵਾਦ।